ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਉ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਵਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਗੋਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਮਦਰੋ ਸੁਨੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੇ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਰਬ ਪ੍ਰਕਾਰ ਗੁਰੂ ਸਰਬੱਗ, ਹਮ ਤਿਨ ਅਗਰ ਕਹਾਂ ਅਲਪਗ। ਤਿਨ ਬੋਲੋ ਮੈਂ ਜਥਾ ਬੁਲਾਵੈ, ਨਰ ਪੁਤਲੀ ਕੋ ਜਥਾ ਨਚਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗਾ ਟਲ ਭਗਤ ਵਛਲ ਕਿਰਪਾ ਦੇਖ ਜਾਣੇ। ਛਤਰ ਚਾਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਹਨ। ਸਤਿਗੁਰਾਂ ਦੀ ਰਹਿਮਤ ਹੈ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਰਹਿਮਤ ਹੈ। ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸੂਰਬੀਰ ਬਹਾਦਰ ਯੋਧੇ ਸੂਰਮਿਆਂ ਦੀ ਵਾਰਤਾ ਮਹਾਰਾਜ ਜੀ ਗੁਰਸਿੱਖਾਂ ਨੂੰ ਸਰਵਣ ਕਰਾਉਂਦੇ। ਸੂਰਮਾ ਕੌਣ ਹੈ? ਜੰਗ ਦੇ ਮੈਦਾਨ ਵਿੱਚ ਬੜੀ ਧੀਰਜਤਾ ਦੇ ਨਾਲ ਪੈਰ ਜਮਾ ਕਰਕੇ ਦੁਸ਼ਮਣ ਦੇ ਸਾਹਮਣੇ ਆਪਣੇ ਆਪੇ ਦੀ ਪਰਵਾਹ ਨਹੀਂ ਕਰਦਾ, ਆਪਣਾ ਆਪਾ ਕੁਰਬਾਨ ਕਰ ਦਿੰਦਾ ਔਰ ਉਹਦਾ ਮਨ ਅਡੋਲ ਹੁੰਦਾ ਹੈ। ਫੌਜ ਦੇਖ ਕਰਕੇ ਸੂਰਮਾ ਡੋਲਦਾ ਨਹੀਂ। ਦੁਸ਼ਮਣ ਦੀ ਫੌਜ ਦੇ ਸਾਹਮਣੇ ਦੇਖ ਕਰਕੇ ਪੈਰ ਹਿੱਲ ਜਾਣ, ਦੁਸ਼ਮਣ ਦੀ ਫੌਜ ਭੱਜ ਜਾਏ, ਪਰ ਸੂਰਮਾ ਜਿਹੜਾ ਹੈ ਡਟ ਕੇ ਜੰਗ ਦੇ ਮੈਦਾਨ ਵਿੱਚ ਥੰਮੀ ਦੇ ਸਮਾਨ ਖੜਦਾ ਹੈ। ਸੂਰਮੇ ਦਾ ਜਿਹੜਾ ਅਭਿਆਸ ਹੈ, ਜਦੋਂ ਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ ਪਹਿਲਾਂ ਗੁਲੇਲੇ ਤੋਂ ਕਰਨਾ। ਗੁਲੇਲ ਦੇ ਦੁਆਰਾ ਨਿਸ਼ਾਨਾ ਲਾਉਣਾ, ਫਿਰ ਤੀਰ ਅੰਦਾਜ਼ੀ ਧਨੁੱਖ ਆਪਣੀ ਮੁੱਠੀ ਵਿੱਚ ਫੜ ਕੇ ਫਿਰ ਉਹਦੀ ਤੰਦੀ ਖਿੱਚਣ ਦਾ ਅਭਿਆਸ ਕਰਨਾ। ਤੰਦੀ ਖਿੱਚਣ ਦਾ ਜਦੋਂ ਅਭਿਆਸ ਹੋ ਜਾਏ ਫਿਰ ਉਹਦੇ ਉੱਪਰ ਤੀਰ ਰੱਖ ਕੇ ਚਲਾਉਣਾ। ਇਸੇ ਤਰ੍ਹਾਂ ਫਿਰ ਬੰਦੂਕ ਦੇ ਦੁਆਰਾ ਨਿਸ਼ਾਨਾ ਲਾਉਣ ਦੀ ਪ੍ਰਕਿਰਿਆ ਜਿਹੜੀ ਹੈ, ਨਿਸ਼ਾਨਾ ਉਹ ਥਾਂ ਜਿੱਥੇ ਨਿਸ਼ਾਨਾ ਲਾਉਣਾ ਹੈ ਸੇਧ ਲਾ ਕਰਕੇ ਮਨ ਦੀ ਇਕਾਗਰਤਾ ਦੇ ਸਹਿਤ ਜਦੋਂ ਫਿਰ ਸੂਰਮਾ ਨਿਸ਼ਾਨਾ ਲਾਉਂਦਾ ਹੈ ਤਾਂ ਉਹਦਾ ਨਿਸ਼ਾਨਾ ਜਿਹੜਾ ਹੈ ਉਹ ਟਿਕਾਣੇ 'ਤੇ ਲੱਗਦਾ ਹੈ। ਇਉਂ ਸੂਰਮਾ ਨਿੱਤ ਸ਼ਾਸਤਰ ਵਿਦਿਆ ਦਾ ਅਭਿਆਸ ਕਰਦਾ ਹੈ, ਨਿੱਤ ਦੀ ਪ੍ਰਕਿਰਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਗੁਰਸਿੱਖਾਂ ਨੇ ਸਵਾਲ ਕੀਤੇ, ਮਹਾਰਾਜ ਕਰਮ ਵਿਧੀ ਕੀ ਹੈ? ਕਰਮਾਂ ਦਾ ਜੋ ਫਲ ਹੈ ਇਹ ਜੀਵ ਕਿਵੇਂ ਭੋਗਦਾ ਹੈ? ਕਿਰਪਾ ਕਰਕੇ ਆਪ ਜੀ ਇਹ ਵੀ ਦੱਸਣਾ ਕਰੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ ਸਾਡਾ ਹੀ ਰੂਪ ਹਨ। ਸਾਡੇ ਔਰ ਭਾਈ ਦਇਆ ਸਿੰਘ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿਨੇ ਤੁਹਾਡੇ ਮਨ ਦੇ ਸਵਾਲ ਹਨ, ਤੁਹਾਡੇ ਸਵਾਲਾਂ ਦਾ ਜਵਾਬ ਪਿਆਰੇ ਭਾਈ ਦਇਆ ਸਿੰਘ ਜੀ ਦੇਣਗੇ। ਮਹਾਰਾਜ ਜੀਓ ਬਚਨ ਕਰਕੇ ਦੀਵਾਨ ਦੇ ਵਿੱਚ ਉੱਠੇ, ਨਿਜ ਮਹਿਲਾਂ ਅੰਦਰ ਸਤਿਗੁਰੂ ਜੀ ਗਏ ਹਨ। ਫਿਰ ਗੁਰਸਿੱਖਾਂ ਨੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ। ਭਾਈ ਦਇਆ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ 'ਚ ਨਮਸਕਾਰ ਕਰਦਿਆਂ ਜਿਵੇਂ ਇਹਨਾਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ, ਆਓ ਸਾਧ ਸੰਗਤ ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ
ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ। ਸਰਬ ਪ੍ਰਕਾਰ ਗੁਰੂ ਸਰਬੱਗ। ਸਰਬ ਪ੍ਰਕਾਰ ਸਤਿਗੁਰੂ ਜੀ ਸਰਬੱਗ ਹਨ। ਸਮਰੱਥਾ ਸਤਿਗੁਰਾਂ ਦੀ ਹੈ, ਸਤਿਗੁਰੂ ਜੀ ਸਮਰੱਥ ਹਨ। ਔਰ ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਾਡੇ ਵਿੱਚ ਇੰਨੀ ਸਰਬੱਗਤਾ ਨਹੀਂ ਹੈ। ਇਹ ਤਾਂ ਸਤਿਗੁਰੂ ਆਪ ਜਦੋਂ ਕਿਰਪਾ ਕਰਦੇ ਹਨ। ਹਮ ਤਿਨ ਅਗਰ ਕਹਾਂ ਅਲਪਗ। ਅਸੀਂ ਗੁਰੂ ਸਾਹਿਬ ਜੀ ਦੇ ਅੱਗੇ ਕੁਝ ਵੀ ਨਹੀਂ ਹਾਂ। ਸਾਡੀ ਗੁਰੂ ਸਾਹਿਬ ਜੀ ਦੇ ਨਾਲ ਸਮਤਾ ਕਿੱਥੇ। ਸਤਿਗੁਰੂ ਜੀ ਸਰਬੱਗ ਹਨ ਔਰ ਅਸੀਂ ਅਲਪਗ ਹਾਂ। ਅਸੀਂ ਸੰਸਾਰੀ ਜੀਵ ਹਾਂ। ਤਿਮ ਬੋਲੋ ਮੈਂ ਜਥਾ ਬੁਲਾਵੇ। ਅਸੀਂ ਤਾਂ ਉਸੇ ਤਰ੍ਹਾਂ ਹੀ ਬੋਲ ਸਕਦੇ ਹਾਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਬੁਲਾਉਂਦੇ ਹਨ। ਸਾਡੇ ਵਿੱਚ ਕੋਈ ਆਪਣੀ ਸਮਰੱਥਾ ਨਹੀਂ ਹੈ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਇਹ ਜੀ ਸਵਾਸ ਚੱਲ ਰਹੇ ਹਿਰਦੇ ਅੰਦਰ, ਪਿੰਡ ਸਰੀਰ ਉਸ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ। ਜੇ ਸਵਾਸ ਉਹਦੀ ਕਿਰਪਾ ਕਰਕੇ ਚੱਲ ਰਹੇ ਹਨ, ਫਿਰ ਸਵਾਸਾਂ ਦੇ ਜ਼ਰੀਏ ਚਲਾਉਣ ਵਾਲਾ ਵੀ ਵਾਹਿਗੁਰੂ ਪਰਮੇਸ਼ਰ ਹੈ, ਬੁਲਾਉਣ ਵਾਲਾ ਵੀ ਉਹੀ ਹੈ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਜਿਵੇਂ ਤੂੰ ਬੁਲਾਉਂਦਾ ਹੈ ਉਸੇ ਤਰ੍ਹਾਂ ਹੀ ਜੀਵ ਬੋਲਦਾ ਹੈ। ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਅਸੀਂ ਅਲਪਗ ਜੀਵ ਹਾਂ, ਸੰਸਾਰੀ ਹਾਂ। ਨਰ ਪੁਤਲੀ ਕੋ ਜਥਾ ਨਚਾਵੇ। ਜੀਵ ਇੱਕ ਕਠਪੁਤਲੀ ਹੈ, ਜਿਵੇਂ ਪਰਮੇਸ਼ਰ ਨਚਾਉਂਦਾ ਹੈ ਉਸੇ ਤਰ੍ਹਾਂ ਹੀ ਇਹ ਸੰਸਾਰੀ ਜੀਵ ਨੱਚਦੇ ਹਨ। ਜਿਉਂ ਨਚਾਏ ਤਿਉਂ ਤਿਉਂ ਨੱਚਣ। ਸਭਨਾਂ ਦੀ ਡੋਰ ਉਹਦੇ ਹੱਥ ਵਿੱਚ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਔਰ ਕਠਪੁਤਲੀਆਂ ਹਨ ਸੰਸਾਰੀ ਜੀਵ। ਜਿਵੇਂ ਉਹ ਖਿਡਾ ਰਿਹਾ ਹੈ ਉਸੇ ਤਰ੍ਹਾਂ ਜੀਵ ਖੇਡ ਰਹੇ ਹਨ। ਸਭਨਾਂ ਤੋਂ ਵੱਡਾ ਬਾਜੀਗਰ ਵਾਹਿਗੁਰੂ ਪਰਮੇਸ਼ਰ ਆਪ ਹੈ। ਔਰ ਸਭਨਾਂ ਸੰਸਾਰੀ ਜੀਵਾਂ ਦੀ ਬਾਜੀ ਉਹ ਪਵਾ ਰਿਹਾ ਹੈ, ਖਿਡਾ ਰਿਹਾ ਹੈ, ਨਚਾਈ ਜਾ ਰਿਹਾ ਹੈ। ਸੋ ਨਿਜ ਮੁਖ ਬੋਲ ਸੁਣਾਵੇ। ਜਿਵੇਂ ਸਤਿਗੁਰੂ ਜੀ ਬੁਲਾਉਂਦੇ ਹਨ ਉਸੇ ਤਰ੍ਹਾਂ ਉਹ ਬਚਨ ਮੈਂ ਆਪ ਜੀ ਨੂੰ ਬੋਲ ਕੇ ਸੁਣਾਉਂਦਾ ਹਾਂ। ਲੋਕ ਲਖ ਹੈ ਪਤਪੁਤਲੀ ਸੋ ਹਲਾਵੇ। ਕਿਉਂਕਿ ਬੁਲਾਉਂਦੇ ਤਾਂ ਸਤਿਗੁਰੂ ਜੀ ਹਨ। ਕਿਉਂਕਿ ਕਠਪੁਤਲੀ ਡੋਰ ਉਹਦੇ ਹੱਥ ਵਿੱਚ ਹੈ। ਔਰ ਦੁਨੀਆ ਕਹਿੰਦੀ ਹੈ ਵੀ ਇਹ ਬੋਲਦਾ ਹੈ, ਕਿ ਇਹ ਬੋਲ ਰਿਹਾ ਹੈ। ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮੈਂ ਕੁਝ ਨਹੀਂ ਬੋਲਦਾ। ਜਿਵੇਂ ਗੁਰੂ ਸਾਹਿਬ ਜੀ ਬੁਲਾ ਰਹੇ ਹਨ, ਕਿਉਂਕਿ ਗੁਰੂ ਸਾਹਿਬ ਜੀ ਨੂੰ ਆਪਣਾ ਆਪਾ ਸਮਰਪਣ ਕਰ ਦਿੱਤਾ। ਸੀਸ ਸਤਿਗੁਰਾਂ ਦੇ ਅੱਗੇ ਭੇਟ ਕਰ ਦਿੱਤਾ। ਅੱਗੇ ਸਤਿਗੁਰਾਂ ਦੀ ਮਰਜ਼ੀ ਹੈ, ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਰੱਖ। ਅਸੀਂ ਤਾਂ ਆਪ ਜੀ ਦੀ ਸ਼ਰਨ ਵਿੱਚ ਆ ਗਏ। ਅਸੀਂ ਤਾਂ ਆਪਣਾ ਆਪਾ ਤੁਹਾਨੂੰ ਸਮਰਪਣ ਕਰ ਦਿੱਤਾ ਹੈ। ਰਾਖੋ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਅਸੀਂ ਗੋਲੇ ਆ ਸਤਿਗੁਰੂ ਜੀ ਤੁਹਾਡੇ ਦਰ ਦੇ, ਤੁਹਾਡੇ ਘਰ ਦੇ। ਜਿਵੇਂ ਤੇਰੀ ਮਰਜ਼ੀ ਹੈ, ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਰੱਖਣਾ ਕਰ। ਇਹ ਆਤਮ ਸਮਰਪਣ ਦੀ ਭਾਵਨਾ ਹੈ। ਜਦੋਂ ਸਤਿਗੁਰੂ ਨੂੰ ਕੋਈ ਆਪਣਾ ਆਪਾ ਸਮਰਪਣ ਕਰਦਾ ਹੈ, ਫਿਰ ਮਰਜ਼ੀ ਸਤਿਗੁਰੂ ਦੀ ਹੁੰਦੀ ਹੈ। ਸਤਿਗੁਰੂ ਜੀ ਜਿਵੇਂ ਰੱਖਣ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਪਰਮੇਸ਼ਰ ਦੇ ਭਾਣੇ ਵਿੱਚ। ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ, ਕਠਪੁਤਲੀ ਡੋਰ ਤਾਂ ਹੁਣ ਉਹਦੇ ਹੱਥ ਵਿੱਚ ਹੈ। ਔਰ ਸੰਸਾਰੀ ਜੀਵ ਕਹਿੰਦੇ ਹਨ ਕਿ ਆਪ ਬੋਲਦਾ ਹੈ। ਪੂਰਬ ਸੁਨੋ ਕਰਮ ਕੀ ਕਥਾ।
ਪਹਿਲਾਂ ਕਹਿਣ ਲੱਗੇ ਵੀ ਕਰਮ ਦੀ ਗਾਥਾ ਜਿਹੜੀ ਹੈ ਉਹ ਸੁਣਨਾ ਕਰੋ। ਕਰਮ ਕੀ ਹੈ? ਕਰਮ ਦੀ ਜਿਹੜੀ ਗਾਥਾ ਹੈ ਭਾਈ ਸਾਹਿਬ ਜੀ ਕਹਿੰਦੇ ਉਹ ਸੁਣਨਾ ਕਰੋ। ਨਰਕ ਸੁਰਗ ਹੋਏ ਜਿਨ ਫਲ ਸਾਥਾ। ਕਰਮ ਜੀਵ ਦੇ ਚੰਗੇ ਹਨ, ਕਰਮ ਮਾੜੇ ਹਨ, ਜਿਨ੍ਹਾਂ ਕਰਕੇ ਇਹਨੂੰ ਨਰਕ ਔਰ ਸਵਰਗ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਨਰਕ ਸੁਰਗ ਕੀ ਹੈ? ਨਰਕ ਹੈ ਵਾਰ-ਵਾਰ ਜੂਨਾਂ ਦੇ ਵਿੱਚ ਆਉਣਾ, ਗਰਭ ਜੂਨ ਦੇ ਵਿੱਚ ਭਟਕਣਾ, 84 ਦਾ ਗੇੜ ਨਰਕ ਹੈ। ਨਿਜ ਸਰੂਪ ਦੇ ਨਾਲ ਮੇਲ ਹੋ ਜਾਣਾ ਕਹਿਣ ਲੱਗੇ ਸਵਰਗ ਹੈ। ਅੰਤਰਾਤਮੇ ਬ੍ਰਹਮ ਦੇ ਵਿੱਚ ਜੀਵ ਆਤਮਾ ਲੀਨ ਹੋ ਗਈ, ਜੋਤੀ ਜੋਤ ਰਲੀ ਸੰਪੂਰਨ ਥੀਆਰਾ, ਸੱਚਖੰਡ ਦਾ ਵਾਸੀ ਹੋ ਗਿਆ, ਸੰਪੂਰਨ ਜੀਵਨ ਹੋ ਗਿਆ ਇਹਦਾ, ਪਰ ਇਹਨੂੰ ਸਵਰਗ ਪ੍ਰਾਪਤ ਹੋ ਗਿਆ। ਔਰ ਜੇ ਕਰਮ ਮਾੜੇ ਹਨ ਤੋ ਆਵਾਗਾਉਣ ਦੇ ਚੱਕਰ ਵਿੱਚ ਪੈਂਦਾ, ਵਾਸ਼ਨਾ ਵਾਸੋ ਕਰਕੇ ਬਾਰ-ਬਾਰ ਜੂਨਾਂ ਵਿੱਚ ਭਟਕਦਾ ਹੈ, ਨਰਕਾਂ ਦਾ ਭਾਗੀ ਹੈ। ਜੇ ਕਰਮ ਚੰਗੇ ਹਨ, ਕਰਮ ਜਾਗਿਆ ਹੈ ਤੋ ਜੋਤ ਉਹਦੇ ਵਿੱਚ ਅਭੇਦ ਹੋ ਗਈ, ਸਵਰਗ ਦਾ ਵਾਸੀ ਹੋ ਗਿਆ। ਇਉਂ ਨਰਕ ਸੁਰਗ ਜਿਹੜੇ ਹਨ ਚੰਗੇ ਮਾੜੇ ਕਰਮਾਂ ਕਰਕੇ ਹਨ। ਤੀਨ ਬਿਦਨ ਕੇ ਕਰਮ ਪਛਾਨ। ਕਰਮ ਜਿਹੜੇ ਹਨ 3 ਪ੍ਰਕਾਰ ਦੇ ਹਨ, ਇਹ ਜਾਣਨਾ ਕਰੋ। ਸੰਚਤ ਪਰਾ ਲਬਦ ਕਿਰੇ ਮਾਨ। ਸੰਚਤ ਕਰਮ ਹਨ, ਪਰਾਲਬਧ ਕਰਮ ਹਨ ਔਰ ਕਿਰਿਆਮਾਨ ਕਰਮ ਹਨ। ਸੰਚਿਤ ਕਰਮ ਉਹ ਹਨ ਜਿਹੜੇ ਸਾਡੇ ਪਿਛਲੇ ਜਨਮਾਂ ਦੇ ਇਕੱਠੇ ਕੀਤੇ ਹੋਏ, ਸੰਚਿਤ ਕੀਤੇ ਹੋਏ ਕਰਮ। ਸੰਚ ਤੋਂ ਭਾਵ ਇਕੱਠੇ, ਇਹ ਕੋਈ ਇੱਕ ਜਨਮ ਦੇ ਨਹੀਂ ਹਨ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਿੰਨੇ ਕੁ ਕਰਮ ਕੀਤੇ ਹਨ ਮੇਰੇ RAM, ਇਹ ਨੀਚ ਕਰਮ ਹਰ ਮੇਰੇ। ਕਿੰਨੇ ਕੁ ਕਰਮ ਕਰਕੇ ਆਇਆ ਜੀਵ, ਉਹ ਕਰਮਾਂ ਦਾ ਅਧੀਨ ਬੱਧਾ ਹੋਇਆ ਜੀਵ, ਫਿਰ ਇਹ ਮਨੁੱਖਾ ਜੀਵਨ ਜਿਹੜਾ ਹੈ ਇਹਨੂੰ ਪ੍ਰਾਪਤ ਹੁੰਦਾ ਹੈ। ਸੰਚਿਤ ਕਰਮ ਜਿਹੜੇ ਪਿਛਲੇ ਜਨਮਾਂ ਦੇ ਇਕੱਠੇ ਕੀਤੇ ਹੋਏ ਪਾਪ ਕਰਮ ਜਿਹੜੇ ਹਨ, ਪਿਛਲੇ ਜਨਮਾਂ ਦੇ ਇਕੱਠੇ ਕੀਤੇ ਹੋਏ ਕਰਮ, ਉਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਪਰਾਲਬਧ ਜਿਹੜੇ ਹਨ, ਜਿਹੜਾ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਸੰਚਿਤ ਕਰਮਾਂ ਦੇ ਵਿੱਚੋਂ ਕੁਝ ਜਿਹੜੇ ਸਾਡੇ ਕਰਮ ਹਨ ਉਹ ਸਾਡੀ ਪਰਾਲਬਧ ਸਾਨੂੰ ਪ੍ਰਾਪਤ ਹੋਈ ਕਿ ਸਾਡਾ ਆਹ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ। ਔਰ ਮਨੁੱਖਾ ਸਰੀਰ ਸਾਨੂੰ ਪਰਮੇਸ਼ਰ ਨੇ ਦਿੱਤਾ ਹੈ। ਇਸ ਜੀਵਨ ਵਿੱਚ ਰਹਿੰਦਿਆਂ ਸਾਡਾ ਜੀਵਨ ਕਿਹੋ ਜਿਹਾ ਹੈ? ਪਰਾਲਬਧ ਕਰਮ ਕਰਕੇ ਹੈ। ਸਾਡੇ ਪਾਸ ਅਮੀਰੀ ਹੈ, ਸਾਡੇ ਪਾਸ ਗਰੀਬੀ ਹੈ, ਇਹ ਸਾਡੇ ਪਰਾਲਬਧ ਕਰਮ ਕਰਕੇ ਹੈ। ਚੰਗੇ ਘਰ ਦੇ ਵਿੱਚ ਜਨਮ ਹੋਇਆ, ਅਮੀਰੀ ਦਾ ਜੀਵਨ ਬਤੀਤ ਕਰਦਾ ਹੈ, ਇਹ ਪਰਾਲਬਧ ਹੈ। ਪੂਰਵਲੇ ਕਰਮਾਂ ਕਰਕੇ ਇਹਨੂੰ ਇਹ ਜਿਹੜਾ ਫਲ ਹੈ ਪੂਰਵਲੇ ਕਰਮਾਂ ਦਾ ਮਿਲਿਆ। ਔਰ ਗਰੀਬੀ ਵਿੱਚ ਮਿਲਿਆ, ਜਨਮ ਗਰੀਬੀ ਵਿੱਚ ਹੈ, ਇਹ ਵੀ ਪਰਾਰਬਧ ਕਰਮਾਂ ਦੀ ਦੇਣ ਹੈ। ਸੰਚਿਤ ਕਰਮਾਂ ਦੇ ਵਿੱਚੋਂ ਕੁਝ ਕਰਮ ਜਿਹੜੇ ਹਨ ਲਏ ਗਏ ਹਨ। ਚੰਗੇ ਔਰ ਮਾੜੇ ਕਰਮਾਂ ਦੇ ਅਨੁਸਾਰ ਸਾਡਾ ਮਨੁੱਖਾ ਸਰੀਰ ਜਿਹੜਾ ਹੈ ਇਹ ਹੋਂਦ ਵਿੱਚ ਆਇਆ। ਜਿਵੇਂ ਕੋਈ ਕਹਿ ਦਿੰਦਾ ਵੀ ਪਤਾ ਨਹੀਂ ਮੇਰੇ ਕਿੰਨੇ ਕੁ ਮਾੜੇ ਕਰਮ ਸਨ ਵੀ ਜਿਹੜਾ ਮੈਨੂੰ ਆਹ ਜੀਵਨ, ਇਸ ਜੀਵਨ ਦੇ ਵਿੱਚ ਇੰਨੇ ਜਿਹੜੇ ਦੁੱਖ ਹਨ ਉਹ ਮੈਨੂੰ ਪ੍ਰਾਪਤ ਹੋਏ, ਮਿਲ ਰਹੇ ਹਨ। ਇਹ ਜਿਹੜੇ ਸਾਡੀ ਪਰਾਰਬਧ ਹੈ। ਔਰ ਤੀਸਰੇ ਜਿਹੜੇ ਕਰਮ ਹਨ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਜੋ ਅਸੀਂ ਕਿਰਿਆ ਕਰ ਰਹੇ ਹਾਂ ਵਰਤਮਾਨ ਸਮੇਂ ਅੰਦਰ, ਇਹ ਇਕੱਠੇ ਹੋ ਕਰਕੇ ਫੇਰ ਸੰਚਿਤ ਕਰਮਾਂ ਵਿੱਚ ਚਲੇ ਜਾਂਦੇ, ਉੱਥੇ ਫੇਰ ਇਕੱਠੇ ਹੋ ਜਾਂਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕਰਮਾਂ ਅਨੁਸਾਰ ਜੀਵ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ,
ਔਰ ਆਪਣੀ ਕਿਰਤ ਅਨੁਸਾਰ ਜੀਵ ਪਰਮੇਸ਼ਰ ਤੋਂ ਦੂਰ ਹੋ ਜਾਂਦਾ। ਕਿਰਿਆਮਾਨ ਕਰਮ ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਇਹ ਵੀ ਸਾਡੇ ਜਿਹੜੇ ਨੇ ਇਕੱਠੇ ਹੋ ਰਹੇ ਹਨ। ਕਰਮ ਕੀ ਹੈ? ਕਰਮ ਜਿਹੜਾ ਹੈ ਮਨ ਵਾਚ ਕਰਕੇ ਜੋ ਅਸੀਂ ਕਰ ਰਹੇ ਹਾਂ, ਮਨ ਕਰਕੇ ਮਨ ਅੰਦਰ ਜਿਹੜੇ ਸਾਡੇ ਫੁਰਨੇ ਹਨ ਔਰ ਜਿਹੜੇ ਸਾਡੇ ਬੋਲ ਹਨ, ਇਹ ਕਰਮ ਬਣਦੇ। ਔਰ ਇਹ ਕਰਮ ਜਿਹੜੇ ਹਨ ਫਿਰ ਅੱਗੇ ਇਹਨਾਂ ਤਿੰਨਾਂ ਭਾਗਾਂ ਦੇ ਵਿੱਚ ਇਹ ਵੰਡੇ ਜਾਂਦੇ। ਸੰਚਿਤ ਕਰਮਾਂ ਦੇ ਵਿੱਚੋਂ ਕੁਝ ਕਰਮ ਲਏ ਗਏ ਕਿ ਸਾਨੂੰ ਮਨੁੱਖਾ ਸਰੀਰ ਮਿਲਿਆ, ਔਰ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਜੀਵ ਜਦੋਂ ਪਰਮੇਸ਼ਰ ਦੀ ਭਗਤੀ ਕਰਦਾ, ਜਿਵੇਂ ਸਟੋਰ ਹੈ ਖਾਣੇ ਦਾ, ਅਨਾਜ ਦਾ ਭੰਡਾਰ ਹੈ, ਅਨਾਜ ਦੇ ਭੰਡਾਰ ਵਿੱਚੋਂ ਅਸੀਂ ਉਹਨਾਂ ਕੁ ਡੱਬੇ ਦੇ ਵਿੱਚੋਂ ਜਦੋਂ ਅਸੀਂ ਦਾਲ ਸਬਜ਼ੀ ਧਰਨੀ ਹੈ, ਉਨੀ ਕੁ ਕੌਲੀ ਕੁ ਦਾਲ ਅਸੀਂ ਜਿਹੜੀ ਜਿੰਨੀ ਬਣਾਉਣੀ ਹੈ ਉਨੀ ਕੁ ਉਹਦੇ ਚੋਂ ਕੱਢ ਲੈਂਦੇ ਹਾਂ, ਬਾਕੀ ਸਟੋਰ ਪਈ ਹੈ। ਔਰ ਜਿੰਨੇ ਕੁ ਕਰਮ ਸਾਡੇ ਲਏ ਗਏ, ਇਹ ਮਨੁੱਖਾ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੋਇਆ। ਮਨੁੱਖਾ ਸਰੀਰ ਪ੍ਰਾਪਤ ਕਰਕੇ ਜਦੋਂ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਹੈ, ਪਰਮੇਸ਼ਰ ਦੇ ਨੇੜੇ ਹੁੰਦਾ ਹੈ, ਨੇੜੇ ਹੋਣ ਕਰਕੇ ਜਿਹੜੇ ਦੇ ਸੰਚਿਤ ਕਰਮ ਹਨ ਫਿਰ ਉਹ ਸੜ ਜਾਂਦੇ ਹਨ, ਉਹ ਮਿਟ ਜਾਂਦੇ ਹਨ, ਕਿਉਂਕਿ ਇਹਨਾਂ ਕਰਮਾਂ ਨੂੰ ਮੇਟਣ ਦੀ ਸਮਰੱਥਾ ਸਤਿਗੁਰੂ ਦੇ ਪਾਸ ਹੈ। ਜਿਵੇਂ ਮਾਈ ਦੇਸਾ ਨੇ ਆ ਕੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਭਾਈ ਗੁਰਦਾਸ ਸਾਹਿਬ ਜੀਆਂ ਨੇ ਵਿਧੀ ਸਮਝਾਈ, ਛੇਵੇਂ ਪਾਤਸ਼ਾਹ ਸਤਿਗੁਰਾਂ ਦੀ ਸ਼ਰਨ ਵਿੱਚ ਜਾ ਕਰਕੇ ਬੇਨਤੀ ਕਰੋ, ਸਤਿਗੁਰੂ ਜੀ ਜੇ ਉਦੋਂ ਨਹੀਂ ਲਿਖੇ ਕਿਰਪਾ ਕਰਕੇ ਫਿਰ ਹੁਣ ਲਿਖ ਦਿਓ। ਮੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਜੇ ਉਦੋਂ ਆਪ ਜੀ ਨੇ ਨਹੀਂ ਲਿਖੀ, ਆਪ ਜੀ ਸਮਰੱਥ ਹੋ, ਸਰਬੱਗ ਹੋ, ਫਿਰ ਹੁਣ ਕਿਰਪਾ ਕਰਕੇ ਲਿਖ ਦਿਓ। ਮਹਾਰਾਜ ਜੀਆਂ ਨੇ 7 ਪੁੱਤਰਾਂ ਦੀ ਬਖਸ਼ਿਸ਼ ਕੀਤੀ ਮਾਈ ਦੇਸਾਂ। ਔਰ ਫਿਰ ਕਾਜੀ ਸਲਾਰਦੀਨ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਬਚਨ ਕਰਦਾ, ਸਤਿਗੁਰੂ ਜੀ ਜੇ ਕਰਮ ਇਸੇ ਤਰ੍ਹਾਂ ਹੀ ਰਹਿਣੇ ਹਨ, ਫਿਰ ਤੁਹਾਡੀ ਸ਼ਰਨ ਵਿੱਚ ਆ ਕੇ ਮੱਥਾ ਟੇਕਣਾ ਮਹਾਰਾਜ, ਇਹ ਮੱਥਾ ਟੇਕਣ ਦਾ ਕੀ ਲਾਭ ਹੈ? ਜਦੋਂ ਜੀਵ ਆਉਂਦਾ ਸਤਿਗੁਰੂ ਦੇ ਦਰ ਤੇ ਆ ਕੇ ਮੱਥਾ ਟੇਕਦਾ, ਇਹਦਾ ਕੀ ਲਾਭ ਮਹਾਰਾਜ? ਮਹਾਰਾਜ ਜੀਆਂ ਨੇ ਮੋਹਰ ਮੰਗਾਈ ਤੋਸ਼ੇਖਾਨੇ ਦੇ ਵਿੱਚੋਂ, ਕਾਜੀ ਸਲਾਰਦੀਨ ਨੂੰ ਕਿਹਾ ਕਿ ਇਹਦੇ ਅੱਖਰ ਪੜ੍ਹ ਕੇ ਦਿਖਾਓ, ਕਹਿੰਦੇ ਜੀ ਪੜ੍ਹੇ ਨਹੀਂ ਜਾਂਦੇ, ਪੁੱਠੇ ਹਨ। ਮਹਾਰਾਜ ਜੀਆਂ ਨੇ ਕਾਗਜ਼ ਤੇ ਲਾਈ ਫਿਰ ਉਹ ਮੋਹਰ, ਜਦੋਂ ਕਾਗਜ਼ ਤੇ ਲਾਈ ਜਾਂਦੀ ਹੈ ਮੋਹਰ, ਫਿਰ ਉਹਦੇ ਅੱਖਰ ਸਿੱਧੇ ਹੋ ਜਾਂਦੇ, ਸਪਸ਼ਟ ਰੂਪ ਦੇ ਵਿੱਚ ਪੜ੍ਹੇ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ। ਜਦੋਂ ਜੀਵ ਆਪਣਾ ਮਸਤਕ ਸਤਿਗੁਰੂ ਦੇ ਚਰਨਾਂ ਤੇ ਆ ਕੇ ਰੱਖਦਾ, ਇਹਦੇ ਪੁੱਠੇ ਲੇਖ ਜਿਹੜੇ ਹਨ ਉਹ ਸਿੱਧੇ ਹੋ ਜਾਂਦੇ। ਜਦੋਂ ਸਤਿਗੁਰੂ ਦੇ ਨੇੜੇ ਹੁੰਦਾ, ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ, ਇਹਦੇ ਜਿਹੜੇ ਲੇਖ ਹਨ ਉਹ ਬਦਲ ਜਾਂਦੇ, ਤਬਦੀਲ ਹੁੰਦੇ। ਸਤਿਗੁਰੂ ਸਮਰੱਥ ਹੈ। ਔਰ ਜਿਹੜੇ ਸੰਚਿਤ ਕਰਮ ਹਨ ਸਤਿਗੁਰੂ ਦੀ ਸ਼ਰਨ ਵਿੱਚ ਪਿਆ ਇਹ ਨਾਸ਼ ਹੁੰਦੇ, ਮਿਟ ਜਾਂਦੇ ਹਨ। ਜਿੰਨਾ ਇਕੱਠਾ ਕੀਤਾ ਸਟੋਰ ਦੇ ਵਿੱਚ ਕਹਿਣ ਲੱਗੇ ਸਤਿਗੁਰੂ ਕਿਰਪਾ ਕਰਕੇ ਅੱਗ ਲਾ ਦੇ, ਸਾੜ ਕੇ ਸੁਆਹ ਦੇ ਕਰਦੇ ਕਰਮ ਜਿਹੜੇ ਮਨੁੱਖਾ ਸਰੀਰ ਜਿਹੜਾ ਹੈ ਇਸੇ ਕਰਕੇ ਸਾਨੂੰ ਮਿਲਿਆ ਕਿ ਤੂੰ ਆਪਣੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਹੈ ਇੱਥੇ ਮਿਟਾ ਸਕੇ, ਮੁਕਾ ਸਕੇ। ਜੇ ਨਹੀਂ ਮੁੱਕਿਆ, ਜਿਹੜੇ ਅੱਗੇ ਕਰ ਰਿਹਾ ਹੈ ਕਿਰਿਆਮਾਨ ਕਰਮ ਕਰਦਿਆਂ ਕਹਿਣ ਲੱਗੇ ਫੇਰ ਜਿਹੜੀ ਯਾਤਰਾ ਸ਼ੁਰੂ ਹੋ ਜਾਣੀ, ਅੱਗੇ ਫੇਰ ਚੱਲ ਪੈਣਾ ਜਨਮ। ਇਹ ਪੌੜੀ ਸੀ ਔਰ ਅਖੀਰਲੀ ਪੌੜੀ ਤੇ ਤੂੰ ਖੜਾ ਹੈ, ਕਿਉਂਕਿ 84 ਲੱਖ ਜੂਨ ਤੋਂ ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ। ਕਿੰਨਾ ਲੰਮਾ ਸਫ਼ਰ ਤੈਅ ਕਰਕੇ ਆਇਆ ਔਰ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਜਿਹੜਾ ਹੈ ਉਹ ਤੇਰੇ ਪਾਸੋਂ ਲਿਆ ਜਾ। ਔਰ ਜੇ ਸਤਿਗੁਰੂ ਦੀ ਭਗਤੀ ਕਰਦਿਆਂ ਗੁਰੂ ਨੂੰ ਆਪਣਾ ਆਪਾਂ ਸਮਰਪਣ ਕਰ ਦਿੱਤਾ, ਅੰਤਸ਼ ਕਰਨ ਤੇਰਾ ਸ਼ੁੱਧ ਹੋ ਗਿਆ। ਅੱਗੇ ਭਾਈ ਸਾਹਿਬ ਜੀ ਦੱਸਣਗੇ ਕਿ ਕਰਮ ਕਿਵੇਂ ਇਕੱਠੇ ਹੁੰਦੇ। ਇਸ ਕਰਕੇ ਕਿਰਿਆਮਾਨ ਕਰਮ ਜਿਹੜੇ ਹਨ ਤੇਰੇ ਚੰਗੇ ਹੋ ਜਾਣ, ਤੇਰੇ ਸ਼ੁੱਧ ਹੋ ਜਾਣ, ਤੇਰੀ ਵਿਚਾਰ, ਤੇਰੇ ਕਰਮ, ਤੇਰਾ ਬੋਲਣਾ ਜੇ ਤੇਰਾ ਸ਼ੁੱਧ ਹੋ ਜਾਏ, ਫਿਰ ਤੇਰੇ ਕਰਮ ਜਿਹੜੇ ਹਨ
ਨਾਲ ਦੀ ਨਾਲ ਮਹਾਰਾਜ ਜੀ ਤੈਨੂੰ ਇਹਨਾਂ ਦਾ ਫਲ ਜਿਹੜਾ ਹੈ ਉਹ ਦੇਈ ਜਾਂਦੇ। ਔਰ ਜਿਹੜੇ ਪਿੱਛੇ ਇਕੱਠੇ ਹੋਏ ਹਨ ਉਹਨਾਂ ਨੂੰ ਮਹਾਰਾਜ ਜੀਆਂ ਨੇ ਖਤਮ ਕਰ ਦੇਣਾ। ਔਰ ਮਨੁੱਖਾ ਜੀਵਨ ਵਿੱਚ ਰਹਿੰਦਿਆਂ ਤੂੰ ਸੱਚਖੰਡ ਦਾ ਵਾਸੀ ਹੋ ਜਾਣਾ ਹੈ। ਪ੍ਰਭੂ ਭਗਤੀ ਕਰਦਿਆਂ ਉਹ ਉੱਚ ਮੰਜ਼ਲ ਜਿਹੜੀ ਹੈ ਤੁਰਿਆ ਪਦ ਅਭੈ ਪਦ ਵੀ ਤੈਨੂੰ ਪ੍ਰਾਪਤ ਹੋ ਜਾਣੀ। ਜੇ ਸਤਿਗੁਰੂ ਦੇ ਨੇੜੇ ਰਹੇਗਾ, ਸਤਿਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਜਿਹੜਾ ਹੈ ਉਹ ਢਾਲੇਗਾ, ਫਿਰ ਸਤਿਗੁਰੂ ਜੀ ਕਿਰਪਾ ਕਰਕੇ ਤੇਰਾ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਮਹਾਰਾਜ ਜੀ ਉਹ ਮਿਟਾ ਦੇਣਗੇ। ਤਰਕਸ਼ ਅੰਤఃਕਰਨ ਮਝਾਰ। ਇਹ ਜਿਹੜੇ ਤਿੰਨੇ ਹੀ ਕਰਮ ਹਨ, ਕਹਿਣ ਲੱਗੇ ਪਏ ਕਿੱਥੇ ਨੇ? ਤਰਕਸ਼ ਤੀਰਾਂ ਦਾ ਜਿਹੜਾ ਪੱਥਾ ਹੈ, ਅੰਤਸ਼ਕਰਨ ਅੰਤःਕਰਨ। ਅੰਤःਕਰਨ ਕੀ ਹੈ? ਇਹਦੇ ਜਿਹੜੇ 4 ਰੂਪ ਹਨ ਅੰਤঃਕਰਨ ਦੇ, ਮਨ, ਬੁੱਧ, ਚਿੱਤ, ਅਹੰਕਾਰ। ਮਨ ਦਾ ਕੋਈ ਆਪਣਾ ਰੂਪ ਨਹੀਂ ਹੈ, ਚਿੱਤ ਦਾ ਕੋਈ ਆਕਾਰ ਨਹੀਂ ਹੈ, ਔਰ ਬੁੱਧ ਦਾ ਕੋਈ ਆਕਾਰ ਨਹੀਂ ਹੈ, ਨਾ ਹੀ ਹੰਕਾਰ ਦਾ ਜਿਹੜਾ ਹੈ ਕੋਈ ਆਕਾਰ ਹੈ। ਮਨ, ਬੁੱਧ, ਚਿੱਤ, ਅਹੰਕਾਰ, ਇਹ 4 ਜਿਹੜੇ ਪ੍ਰਕਾਰ ਹਨ ਇਹ ਅੰਤਸ਼ਕਰਨ ਦੇ ਹਨ, ਜਿਹੜੇ ਕਰਮ ਹਨ। ਕਿਉਂਕਿ ਮਨ ਜਿਹੜਾ ਹੈ ਫੁਰਨਿਆਂ ਦਾ ਬੇਗ ਹੈ। ਮਨ ਨੇ ਸੰਕਲਪ ਲਿਆ ਹੈ, ਮਨ ਦੇ ਵਿੱਚ ਫੁਰਨਾ ਆਇਆ, ਔਰ ਜਿਹੜੀ ਵਿਚਾਰ ਕਰਨੀ ਹੈ ਉਹ ਬੁੱਧ ਨੇ ਕਰਨੀ ਹੈ। ਇਹ ਚੰਗਾ ਵਿਚਾਰ ਹੈ ਜਿਹੜਾ ਸੰਕਲਪ ਲਿਆ ਹੈ, ਚੰਗਾ ਹੈ ਜਾਂ ਮਾੜਾ ਹੈ, ਇਹਦੀ ਵਿਚਾਰ ਕੌਣ ਕਰਦਾ ਹੈ? ਇਹ ਬੁੱਧ। ਔਰ ਜਦੋਂ ਬੁੱਧ ਨੇ ਵਿਚਾਰ ਕੀਤੀ, ਇਹ ਜਿਹੜਾ ਕਰਮ ਸੀ ਫਿਰ ਚੇਤੇ ਦੇ ਵਿੱਚ ਜਮ੍ਹਾਂ ਹੋ ਜਾਂਦਾ। ਸਾਡੇ ਚਿੱਤ ਦੇ ਵਿੱਚ ਸਾਨੂੰ ਆਪਣੇ ਜੀਵਨ ਦੇ ਅੰਦਰ ਜਿੰਨੀਆਂ ਘਟਨਾਵਾਂ ਹਨ ਸਾਰੀਆਂ ਘਟਨਾਵਾਂ ਸਾਡੇ ਚੇਤੇ ਵਿੱਚ ਹਨ, ਸਾਨੂੰ ਯਾਦ ਹਨ। ਚੰਗੀਆਂ ਮਾੜੀਆਂ ਘਟਨਾਵਾਂ ਸਾਡੇ ਨਾਲ ਕੀ ਹੋਇਆ, ਜਿੰਨਾ ਕੁ ਉਮਰ ਅਸੀਂ ਭੋਗੀ ਹੈ ਉਹ ਸਾਡੇ ਚੇਤੇ ਵਿੱਚ ਹੈ। ਅਗਲਾ ਜਿਹੜਾ ਪਾਰਟ ਹੈ ਚੌਥਾ, ਉਹ ਹੈ ਅਹੰਕਾਰ। ਮੈਂ ਹਾਂ। ਮੈਂ ਹਾਂ ਦਾ ਜਿਹੜਾ ਆਭਾਸ ਹੈ ਇਹ ਵੀ ਅੰਤਸ਼ਕਰਨ ਦਾ ਰੂਪ ਹੈ। ਇਹ 4 ਰੂਪ ਜਿਹੜੇ ਹਨ ਅੰਤਸ਼ਕਰਨ ਦੇ ਵਿੱਚ ਜਿਹੜੇ ਇਹ ਕਰਮ ਹਨ ਇਹ ਜਮ੍ਹਾਂ ਹੋਈ ਜਾਂਦੇ। ਕਰਦਾ ਕੌਣ ਹੈ? ਸੰਕਲਪ ਕੌਣ ਲੈਂਦਾ ਹੈ? ਮਨ। ਹੁਣ ਮਨ ਦਾ ਕੋਈ ਰੂਪ ਨਹੀਂ ਹੈ। ਇਹਨਾਂ ਨੂੰ ਕਰਦੀਆਂ ਕੌਣ ਨੇ? ਅੱਗੇ ਮਨ ਦੀ ਸਹਾਇਤਾ ਕਰਨ ਵਾਲੇ ਸਾਡੇ ਜਿਹੜੇ ਇੰਦਰੇ ਹਨ। ਅੱਖਾਂ ਬਾਹਰੀ ਤੌਰ ਤੇ ਦੇਖਦੀਆਂ, ਕੰਨ ਸੁਣਦੇ ਹਨ, ਨਾਸਕਾ ਸੁਗੰਧੀ ਲੈਂਦੀ ਹੈ, ਰਸਨਾ ਬੋਲਦੀ ਹੈ, ਹੱਥ ਜਿਹੜੇ ਹਨ ਕਿਰਿਆ ਕਰਦੇ, ਪੈਰ ਚੱਲ ਕੇ ਜਾਂਦੇ ਹਨ, ਇਹ ਸਾਡੇ ਗਿਆਨ ਇੰਦਰੇ ਹਨ। ਗਿਆਨ ਇੰਦਰੇ 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਨ੍ਹਾਂ ਦੇ ਰਾਹੀਂ ਸਾਡੇ ਜਿਹੜੇ ਕਰਮ ਹਨ ਉਹ ਬਣਦੇ। ਕਿਉਂਕਿ ਸੰਕਲਪ ਮਨ ਲੈਂਦਾ ਹੈ ਔਰ ਕਰਦੇ ਜਿਹੜੇ ਹਨ ਸਾਡੇ ਇਹ ਇੰਦਰੇ ਹਨ। ਇੰਦਰਿਆਂ ਨੂੰ ਚਲਾਉਣ ਵਾਲਾ ਕੌਣ ਹੈ? ਉਹ ਮਨ ਹੈ। ਇਹ ਅੰਤਸ਼ਕਰਨ ਦੇ ਵਿੱਚ ਇਹ ਜਿਹੜੇ ਕਰਮ ਹਨ ਇਹ ਜਮ੍ਹਾਂ ਹੋਈ ਜਾਂਦੇ ਹਨ। ਤ੍ਰੈ ਵਿਦਵਾਨ ਸੇ ਬਸਬੇ ਹਾਰ। ਇਹ ਜਿਹੜੇ ਕਰਮ ਹਨ ਤ੍ਰੈ ਵਿਦ ਬਾਣ ਸੇ ਬਸ ਬਿਹਾਰ, 3 ਪ੍ਰਕਾਰ ਦੇ ਇਹ ਬਾਣ ਹਨ, ਤੀਰ ਹਨ। ਔਰ ਇਹ ਤਿੰਨੇ ਤੀਰ ਜਿਹੜੇ ਨੇ ਅੰਤਸ਼ਕਰਨ ਰੂਪੀ ਭੱਥੇ ਦੇ ਵਿੱਚ ਪਏ। ਸੰਚਤ, ਪਰਾਲਬਧ ਔਰ ਕਿਰਿਆਮਾਨ ਕਰਮ। ਇਹ ਕਰਮ ਜਿਹੜੇ 3 ਤੀਰ ਨੇ ਅੰਤਸ਼ਕਰਨ ਦੇ ਭੱਥੇ ਵਿੱਚ ਪਏ ਹਨ। ਚੇਤਨ ਆਤਮ ਛਾਇਆ ਜੋਏ। ਜਿਹੜੀ ਸਾਡੇ ਅੰਦਰ ਚੇਤਨਤਾ ਹੈ, ਚੇਤਨਤਾ ਦੀ ਜਿਹੜੀ ਉਹ ਛਾਇਆ ਹੈ ਆਤਮ ਰੂਪ ਦੀ, ਇਹ ਜਿਹੜੀ ਛਾਇਆ ਉਹਦਾ ਆਭਾਸ ਪਰਛਾਵਾਂ ਸਾਡੇ ਨਾਲ ਰਹਿੰਦਾ। ਚੇਤਨਤਾ ਸਾਡੇ ਅੰਦਰ ਹੈ। ਜੇ ਚੇਤਨਤਾ ਨਾ ਹੋਵੇ, ਕਿਉਂਕਿ ਚੇਤਨਤਾ ਕਰਕੇ ਸਾਨੂੰ ਸੋਝੀ ਹੈ। ਚੇਤਨਤਾ ਸਾਨੂੰ ਕਿੱਥੋਂ ਮਿਲੀ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ।
हे ਸਰੀਰਾ ਮੇਰੇ ਹਰ ਤੂੰ ਮੈਂ ਜੋਤ ਧਰੀ ਤਾਂ ਤੂੰ ਜਗ ਮੈਂ ਹੈ। ਜਿਹੜੀ ਜੋਤ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ ਉਹ ਚੇਤਨਤਾ ਹੈ। ਇਹ ਸੋਝੀ ਹੈ ਜਿਹੜੀ, ਜਿੱਥੇ ਸਵਾਸ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਨਾਲ ਚੇਤਨਤਾ ਵੀ ਦਿੱਤੀ, ਹੋਸ਼ ਸੋਝੀ। ਇਹ ਜਿਹੜੀ ਚੇਤਨਤਾ ਹੈ, ਚੇਤਨਤਾ ਇਹ ਛਾਇਆ ਹੈ। ਪ੍ਰਤਿਬਿੰਬਤ ਅੰਤఃਕਰਨ ਹੋਏ। ਚੇਤਨਤਾ ਦਾ ਪ੍ਰਤੀਬਿੰਬ ਜਿਹੜਾ ਹੈ ਉਹ ਅੰਤःਕਰਨ ਤੇ ਪੈਂਦਾ ਹੈ। ਪ੍ਰਤੀਬਿੰਬ ਜਿਵੇਂ ਸੂਰਜ ਦਾ ਜਾਂ ਚੰਦਰਮਾ ਦਾ ਜਿਹੜਾ ਪ੍ਰਤੀਬਿੰਬ ਹੈ ਪਾਣੀ ਵਿੱਚ ਪੈਂਦਾ ਹੁੰਦਾ। ਜਦੋਂ ਅਸੀਂ ਪਾਣੀ ਦੇ ਕੋਲ ਜਾ ਕੇ ਦੇਖੀਏ ਤਾਂ ਥੱਲੇ ਵੀ ਸੂਰਜ ਦਿਖੇਗਾ, ਉੱਪਰ ਵੀ ਸੂਰਜ ਦਿਖੇਗਾ। ਪਾਣੀ ਦਾ ਘੜਾ ਭਰਿਆ ਹੋਵੇ, ਘੜੇ ਦੇ ਵਿੱਚ ਚੰਦਰਮਾ ਦਾ ਜਿਹੜਾ ਅਕਸ਼ ਹੈ ਉਹ ਨਜ਼ਰ ਆਉਂਦਾ, ਪ੍ਰਤੀਬਿੰਬ। ਇਸੇ ਤਰ੍ਹਾਂ ਚੇਤਨਤਾ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਅੰਤਸ਼ਕਰਨ ਵਿੱਚ ਪੈਂਦਾ ਹੈ। ਅਰ ਅਗਿਆਨ ਅੰਸ ਕੇ ਸਹਿਤ। ਔਰ ਅਲਪ ਗਿਆਨ ਜਿਹੜਾ ਹੈ, ਅਗਿਆਨ ਅੰਸ਼ ਜਿਹੜੀ ਹੈ, ਅਗਿਆਨ ਅੰਸ਼ ਦੇ ਨਾਲ ਮਿਲ ਕਰਕੇ ਤਿਸ ਮੈਂ ਕਰਮ ਬੀਜ ਗਨ ਰਹਿਤ। ਕਿਉਂਕਿ ਇਹਨੂੰ ਸੋਝੀ ਨਹੀਂ ਹੈ ਔਰ ਫਿਰ ਕਰਮਾਂ ਰੂਪੀ ਬੀਜ ਜਿਹੜਾ ਹੈ ਇਹ ਬੀਜਦਾ ਹੈ। ਜਦੋਂ ਕਰਮਾਂ ਰੂਪੀ ਬੀਜ ਨੂੰ ਬੀਜਦਾ ਇਹਦੇ ਕੋਲ ਜਿਹੜੀ ਬੁੱਧ ਹੈ, ਜੇ ਬੁੱਧ ਦੀ ਵਿਚਾਰ ਇਹਦੇ ਹਿਰਦੇ ਅੰਦਰ ਆ ਜਾਏ, ਜਿਹੜਾ ਬੀਜ ਮੈਂ ਬੀਜ ਰਿਹਾ ਮੇਰੇ ਵਾਸਤੇ ਚੰਗਾ ਹੈ ਜਾਂ ਮਾੜਾ ਹੈ, ਔਰ ਜਦੋਂ ਸੱਚ ਦੀ ਵਿਚਾਰ ਇਹਦੇ ਹਿਰਦੇ ਅੰਦਰ ਆ ਜਾਏ ਫਿਰ ਉਹ ਬੀਜ ਜਦੋਂ ਫਲੀਭੂਤ ਹੁੰਦਾ ਹੈ ਉਹਦਾ ਫਲ ਇਹਨੂੰ ਮਿਲਦਾ ਹੈ। ਕਿਉਂਕਿ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦਾ ਬੀਜ ਬੀਜ ਕਿ 12 ਮਹੀਨੇ ਜਿਹਨੂੰ ਫਲ ਜਿਹੜਾ ਹੈ ਉਹ ਲੱਗਦਾ ਰਹੇ, ਜਿਹੜਾ ਤੈਨੂੰ 12 ਮਹੀਨੇ ਸੁੱਖ ਦੇ। ਸ਼ੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਇਹੋ ਜਿਹਾ ਬੂਟਾ ਲਾ ਜਿਹਦੀ ਛਾਂ ਠੰਡੀ ਹੋਵੇ ਔਰ ਜਿਹਦਾ ਫਲ ਮਿੱਠਾ ਹੋਵੇ, ਜਿਹਦੇ ਤੇ ਪੰਛੀ ਆ ਕੇ ਬੈਠਣ ਔਰ ਕੇਲ ਕਰਨ, ਪੰਛੀ ਵੀ ਆਨੰਦਿਤ ਹੋਣ। ਇਸ ਤਰ੍ਹਾਂ ਦਾ ਬੀਜ ਬੀਜਣਾ ਕਰ। ਕਹਿਣ ਲੱਗੇ ਜਿਹੜਾ ਇਹ ਬੀਜ ਬੀਜਦਾ ਹੈ ਤਿਸ ਮੈਂ ਕਰਮ ਬੀਜ ਗਨ ਰਹਿਤ। ਇਹ ਕਰਮ ਰੂਪੀ ਬੀਜ ਜਿਹੜੇ ਹਨ ਇਹਦੇ ਇਕੱਠੇ ਹੋ ਰਹੇ ਹਨ। ਅੰਤఃਕਰਨ ਆਪ ਜੜ ਹੈ। ਅੰਤঃਕਰਨ ਆਪ ਜੜ ਹੈ। ਜਬ ਲੋ ਸੱਤਾ ਚੇਤਨ ਨ ਲਹੈ। ਜਦੋਂ ਤੱਕ ਇਹਦੀ ਚੇਤਨ ਸਤਾ ਜਿਹੜੀ ਹੈ ਇਹਦੇ ਹਿਰਦੇ ਅੰਦਰ ਚੇਤਨਤਾ ਪ੍ਰਾਪਤ ਨਹੀਂ ਹੁੰਦੀ, ਤਬ ਲੋ ਕਰਮ ਧਰਨ ਸਮਰੱਥ ਨਹਿ। ਜਦੋਂ ਤੱਕ ਚੇਤਨਤਾ ਨਹੀਂ ਹੈ ਉਦੋਂ ਤੱਕ ਇਹ ਕਰਮ ਕਰਨ ਦੇ ਸਮਰੱਥ ਨਹੀਂ ਹੈ। ਕਿਉਂਕਿ ਜਿੰਨੀ ਦੇਰ ਚੇਤਨਤਾ ਨਹੀਂ, ਚੇਤਨਤਾ ਜਿਹੜੀ ਹੈ ਇਹਦੇ ਇੰਦਰੀਆਂ ਨੂੰ ਸੋਝੀ ਪ੍ਰਦਾਨ ਕਰਦੀ ਔਰ ਫਿਰ ਇੰਦਰੀਆਂ ਰਾਹੀਂ ਇਹ ਕਰਮ ਕਰਦਾ ਹੈ। ਇਸ ਕਰਕੇ ਚੇਤਨਤਾ ਦੇ ਦੁਆਰਾ ਇਹ ਸਮਰੱਥ ਹੁੰਦਾ ਹੈ। ਜਦੋਂ ਚੇਤਨਤਾ ਨਹੀਂ ਫਿਰ ਇਹ ਅਸਮਰੱਥ ਹੈ। ਚੇਤਨ ਛਾਇਆ ਤੇ ਸਮਰੱਥ ਲਹੈ। ਔਰ ਜਦੋਂ ਚੇਤਨਤਾ ਦੀ ਛਾਇਆ ਅੰਤਸ਼ਕਰਨ ਵਿੱਚ ਪੈਂਦੀ, ਉਹਦਾ ਪ੍ਰਤੀਬਿੰਬ ਪਿਆ, ਫਿਰ ਇਹਨੂੰ ਸਮਰੱਥਾ ਮਿਲੀ, ਫਿਰ ਇਹਨੂੰ ਸੋਝੀ ਆਈ, ਫਿਰ ਮਨ ਦੇ ਵਿੱਚ ਫੁਰਨੇ ਸੰਕਲਪ ਵਿਕਲਪ ਪੈਦਾ ਹੋਏ, ਫਿਰ ਬੁੱਧ ਨੇ ਵਿਚਾਰ ਕੀਤੀ, ਚੇਤੇ ਦੇ ਵਿੱਚ ਉਹ ਕਰਮ ਜਿਹੜੇ ਸਨ ਉਹ ਜਮ੍ਹਾਂ ਹੋ ਗਏ। ਫਿਰ ਇਹਨੂੰ ਇਹ ਸੋਝੀ ਆਈ, ਆਭਾਸ ਪੈਦਾ ਹੋਇਆ ਕਿ ਹਾਂ ਇਹ ਕਰਮ ਮੈਂ ਕਰ ਰਿਹਾ ਹਾਂ। ਇਉਂ ਚੇਤਨਤਾ ਦੇ ਦੁਆਰਾ ਇਹ ਕਰਮ ਕਰਨ ਦੇ ਸਮਰੱਥ ਹੁੰਦਾ ਹੈ। ਅੰਤఃਕਰਨ ਆਹੈ ਮਨ ਜੋਏ। ਅੰਤਸ਼ਕਰਨ ਦਾ ਜਿਹੜਾ ਰੂਪ ਮਨ ਹੈ, ਜਬ ਅਗਿਆਨ ਸਮੇਤ ਹੋਏ। ਜਦੋਂ ਅਗਿਆਨ ਦੇ ਸਮੇਤ ਅੰਤਸ਼ਕਰਨ ਔਰ ਅਗਿਆਨ, ਤਬ ਸਮਰੱਥ ਕਰਮ ਧਰ ਸਾਰੇ। ਫਿਰ ਇਹਦੇ ਹਿਰਦੇ ਅੰਦਰ ਸਮਰੱਥਾ ਹੈ।
ਸਾਰੇ ਕਰਮ ਕਰਨ ਦੀ ਇਹ ਸਮਰੱਥਾ ਧਾਰਨ ਕਰਦਾ ਹੈ। ਬਿਨ ਅਗਿਆਨ ਕਰਮ ਨਹਿ ਧਾਰੇ। ਔਰ ਅਗਿਆਨ ਤੋਂ ਬਿਨਾ ਕੋਈ ਵੀ ਕਰਮ ਕਰਨ ਦੇ ਸਮਰੱਥ ਨਹੀਂ ਹੈ। ਦੋਹਰਾ ਅੰਤఃਕਰਨ ਅਗਿਆਨ ਦ્વੈ ਚੇਤਨ ਆਤਮ ਤੀਨ। ਇੱਕ ਅੰਤःਕਰਨ, ਇੱਕ ਅਗਿਆਨ ਔਰ ਇੱਕ ਚੇਤਨਤਾ, ਇਹ ਜਿਹੜੇ ਤਿੰਨੇ ਪ੍ਰਕਾਰ ਹਨ। ਹੋਇ ਇਕਤ ਧਾਰੈ ਕਰਮ ਧਰੈ ਨ ਹੋਇ ਇਕ ਹੀਨ। ਔਰ ਇਹ ਤਿੰਨੇ ਇਕੱਠੇ ਹੋ ਕਰਕੇ ਅੰਤःਕਰਨ, ਅਗਿਆਨ ਔਰ ਆਤਮ ਚੇਤਨਤਾ, ਜਦੋਂ ਤਿੰਨੇ ਇਕੱਠੇ ਹੁੰਦੇ ਫਿਰ ਇਹ ਕਰਮ ਕਰਦਾ ਹੈ। ਔਰ ਜਦੋਂ ਇਹਨਾਂ ਦੇ ਵਿੱਚੋਂ ਇੱਕ ਵੀ ਨਾ ਹੋਵੇ ਫਿਰ ਇਹ ਕਰਮ ਕਰਨ ਦੇ ਸਮਰੱਥ ਨਹੀਂ ਹੈ। ਚਉਪਈ ਇਸ ਕੋ ਕਹੋ ਸਹਿਤ ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਸਹਿਤ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਦੱਸਦਾ ਹਾਂ। ਸੁਨੋ ਖਾਲਸਾ ਹੈ ਜਿਸ ਭਾਂਤ। ਖਾਲਸਾ ਜੀ ਸੁਣੋ ਜਿਸ ਪ੍ਰਕਾਰ ਇਹ ਦ੍ਰਿਸ਼ਟਾਂਤ ਹੈ। ਸਤਿਗੁਣ ਰੂਪ ਮ੍ਰਿਤਕਾ ਆਹੇ। ਜਿਹੜਾ ਸਤੋ ਗੁਣੀ ਰੂਪ ਹੈ ਉਹ ਇੱਕ ਮਿੱਟੀ ਹੈ। ਅੰਤఃਕਰਨ ਪਿੰਡ ਹੈ ਤਾਹੇ। ਜਿਹੜਾ ਅੰਤःਕਰਨ ਹੈ ਉਹ ਮਿੱਟੀ ਦਾ ਢੇਲਾ ਜਾਣ ਨਾ ਕਰੋ, ਉਹ ਇੱਕ ਮਿੱਟੀ ਦਾ ਢੇਲਾ ਹੈ। ਆਤਮ ਚੇਤਨ ਰੂਪ ਆਕਾਸ਼। ਔਰ ਮਿੱਟੀ ਔਰ ਇਹਦੇ ਵਿੱਚ ਜਿਹੜਾ ਆਤਮ ਰੂਪ ਹੈ ਉਹ ਜਿਹੜੀ ਖਾਲੀ ਥਾਂ ਹੈ। ਜਦੋਂ ਅਸੀਂ ਘੜਾ ਬਣਾਉਂਦੇ ਆ, ਘੜਾ ਜਿੱਥੇ ਪਾਣੀ ਹੈ, ਮਿੱਟੀ ਹੈ, ਮਿੱਟੀ ਔਰ ਪਾਣੀ ਦੇ ਸੁਮੇਲ ਤੋਂ ਘੜਾ ਬਣਿਆ। ਔਰ ਜਿਹੜਾ ਉਹਦੇ ਵਿੱਚ ਖਾਲੀ ਥਾਂ ਹੈ ਘੜੇ ਦੇ ਵਿੱਚ, ਜਿਹੜਾ ਸਪੇਸ ਦਿੱਤਾ ਗਿਆ ਜਿੱਥੇ ਪਾਣੀ ਭਰਨਾ ਹੈ, ਉਹਨੂੰ ਘਟ ਕਹਿੰਦੇ, ਉਹਨੂੰ ਆਕਾਸ਼ ਕਹਿੰਦੇ, ਖਾਲੀ ਥਾਂ ਨੂੰ। ਕਹਿਣ ਲੱਗੇ ਜਿਹੜਾ ਖਾਲੀ ਥਾਂ ਹੈ ਅੰਤःਕਰਨ ਪਿੰਡ ਹੈ ਤਾਹੇ ਆਤਮ ਚੇਤਨ ਰੂਪ ਆਕਾਸ਼। ਜਿਹੜਾ ਆਤਮ ਚੇਤਨਤਾ ਦਾ ਰੂਪ ਹੈ ਉਹ ਆਕਾਸ਼ ਜੋ ਖਾਲੀ ਥਾਂ ਹੈ। ਔਰ ਅਗਿਆਨ ਰੂਪ ਜਲ ਰਾਸ। ਔਰ ਜਿਹੜਾ ਅਗਿਆਨ ਰੂਪ ਹੈ ਉਹ ਜਲ ਨੂੰ ਜਾਣਨਾ ਕਰੋ, ਪਾਣੀ ਜਾਣਨਾ ਕਰੋ, ਕਿਉਂਕਿ ਪਾਣੀ ਤੋਂ ਬਿਨਾ ਮਿੱਟੀ ਜਿਹੜੀ ਹੈ ਇਕੱਲੀ ਘੜੇ ਦਾ ਆਕਾਰ ਨਹੀਂ ਬਣਾ ਸਕਦੀ। ਮਿੱਟੀ ਪਾਣੀ ਵਿੱਚ ਗੁੰਨ ਕਰਕੇ ਪਾਣੀ ਦੇ ਸੁਮੇਲ ਨਾਲ ਫਿਰ ਜਿਹੜਾ ਘੜਾ ਜਿਹੜਾ ਹੈ ਉਹ ਤਿਆਰ ਹੁੰਦਾ। ਇਸ ਕਰਕੇ ਜਿਹੜਾ ਜਲ ਰੂਪ ਹੈ ਕਹਿਣ ਲੱਗੇ ਉਹ ਅਗਿਆਨ ਰੂਪ ਨੂੰ ਜਲ ਰਾਸ ਜਾਣਨਾ ਕਰੋ। ਮ੍ਰਿਤਕਾ ਪਿੰਡ ਮਿਲੈ ਜਲ ਸੰਗ। ਜਦੋਂ ਮਿੱਟੀ ਦਾ ਢੇਲਾ ਉਹਨੂੰ ਬਰੀਕ ਕਰਕੇ ਕਹਿਣ ਲੱਗੇ ਪਾਣੀ ਦੇ ਨਾਲ ਉਹਦਾ ਸੁਮੇਲ ਹੁੰਦਾ ਹੈ। ਤਬ ਘਟ ਰੂਪ ਬਣੈ ਸਰਬੰਗ। ਫਿਰ ਘੜੇ ਦਾ ਰੂਪ ਜਿਹੜਾ ਹੈ ਘੜੇ ਦਾ ਆਕਾਰ ਬਣਦਾ ਹੈ। ਅੰਤਰ ਲਈ ਗਗਨ ਕੋ ਹੋਏ। ਔਰ ਜਿਹੜਾ ਘੜੇ ਦੇ ਵਿੱਚ ਖਾਲੀ ਰੂਪ ਹੈ ਉਹ ਆਕਾਸ਼ ਰੂਪ, ਗਗਨ ਰੂਪ ਉਹ ਆਕਾਸ਼ ਰੂਪ ਹੈ। ਕਰਮ ਅਨਾਜ ਧਰੇ ਤਬ ਸੋਏ। ਔਰ ਕਹਿਣ ਲੱਗੇ ਇਸ ਅੰਤਸ਼ਕਰਨ ਦੇ ਵਿੱਚ ਕਰਮ ਰੂਪੀ ਅਨਾਜ, ਕਿਉਂਕਿ ਪਹਿਲੇ ਸਮਿਆਂ ਅੰਦਰ ਘੜੇ ਦੇ ਵਿੱਚ ਅਨਾਜ ਜਿਹੜਾ ਸੀ ਉਹ ਸਟੋਰ ਕਰਕੇ ਰੱਖਿਆ ਜਾਂਦਾ। ਵੱਡੇ ਵੱਡੇ ਮੱਟ ਹੁੰਦੇ, ਉਹਨਾਂ ਦੇ ਵਿੱਚ ਖਾਣੇ ਦੇ ਭੰਡਾਰ ਜਿਹੜੇ ਸੀ ਉਹ ਸਟੋਰ ਕਰ ਲਏ ਜਾਂਦੇ। ਅੰਤਸ਼ਕਰਨ ਦੇ ਵਿੱਚ ਕਹਿਣ ਲੱਗੇ ਜਿਹੜੀ ਖਾਲੀ ਥਾਂ ਹੈ ਜੋ ਸਪੇਸ਼ ਹੈ ਉਹਦੇ ਵਿੱਚ ਕਰਮਾਂ ਰੂਪੀ ਕਹਿਣ ਲੱਗੇ ਇਹ ਸਟੋਰ ਭੰਡਾਰ ਜਿਹੜਾ ਹੈ ਉਹ ਇਕੱਠਾ ਹੁੰਦਾ ਹੈ। ਤਿੰਨੋਂ ਮਿਲ ਕਰ ਘਟਾ ਸੁਧਾਰੇ। ਤਿੰਨੋਂ ਹੀ ਮਿਲ ਕਰਕੇ ਕਹਿਣ ਲੱਗੇ ਪਾਣੀ ਔਰ ਮਿੱਟੀ ਔਰ ਖਾਲੀ ਜਿਹੜਾ ਸਪੇਸ ਸੀ, ਖਾਲੀ ਜਿਹੜਾ ਆਕਾਰ ਸੀ, ਤਿੰਨੋਂ ਜਿਹੜੀਆਂ ਵਸਤੂਆਂ ਮਿਲੀਆਂ ਮਿਲ ਕਰਕੇ ਕਹਿਣ ਲੱਗੇ ਘੜਾ ਤਿਆਰ ਹੋਇਆ ਹੈ। ਸਮਰੱਥ ਹੋਏ ਪਦਾਰਥ ਧਾਰੇ।
ਔਰ ਸਮਰੱਥ ਹੋ ਕਰਕੇ, ਜਦੋਂ ਇਹ ਕਰਮ ਕਰਨ ਦੇ ਸਮਰੱਥ ਹੁੰਦਾ ਹੈ, ਫਿਰ ਉਹ ਪਦਾਰਥ ਰੂਪੀ ਕਰਮ ਜਿਹੜੇ ਹਨ ਉਹ ਇਸ ਘੜੇ ਵਿੱਚ ਪੈਂਦੇ ਹਨ। ਤਿੰਨੋਂ ਨਿਜ ਨਿਜ ਹੋਇ ਕਰ ਨਿਆਰੇ। ਜਦੋਂ ਤਿੰਨੇ ਆਪੋ ਆਪਣਾ ਰੂਪ ਜਿਹੜਾ ਹੈ ਨਿਆਰੇ ਨਿਆਰੇ ਹੋ ਕਰਕੇ ਆਪਣਾ ਰੂਪ ਪ੍ਰਗਟ ਕਰਦੇ ਹਨ। ਧਰਨ ਪਦਾਰਥ ਸ਼ਕਤ ਨ ਧਾਰੇ। ਫਿਰ ਇਹ ਜਦੋਂ ਤਿੰਨੇ ਵੱਖ-ਵੱਖ ਹੋ ਜਾਂਦੇ, ਫਿਰ ਇਹ ਪਦਾਰਥਾਂ ਨੂੰ ਇਕੱਠੇ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਨਹੀਂ ਧਾਰ ਸਕਦੇ, ਕਿਉਂਕਿ ਮਿੱਟੀ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦੀ, ਪਾਣੀ ਇਕੱਲਾ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦਾ। ਜਦੋਂ ਮਿੱਟੀ ਔਰ ਪਾਣੀ ਦੇ ਦੁਆਰਾ ਫਿਰ ਸਪੇਸ ਜਿਹੜਾ ਵਿੱਚ ਦਿੱਤਾ ਗਿਆ, ਤਿੰਨੋਂ ਮਿਲ ਕਰਕੇ ਘੜਾ ਤਿਆਰ ਹੋਇਆ। ਕਹਿਣ ਲੱਗੇ ਫਿਰ ਇਹਦੇ ਵਿੱਚ ਜਿਹੜੇ ਹਨ ਇਹ ਕਰਮ ਜਮ੍ਹਾਂ ਹੋਏ ਹਨ। ਇਸ ਪ੍ਰਕਾਰ ਇੱਕ ਆਤਮ ਜੋਏ। ਔਰ ਇਸੇ ਤਰ੍ਹਾਂ ਕਹਿਣ ਲੱਗੇ ਜੋ ਆਤਮ ਰੂਪ ਹੈ। ਕਰਮ ਧਰੈ ਸਮਰੱਥ ਨਹਿ ਸੋਏ। ਔਰ ਕਰਮ ਧਾਰਨ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਆਤਮ ਰੂਪ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਕੇਵਲ ਅੰਤఃਕਰਨ ਨ ਧਾਰੇ। ਇਕੱਲਾ ਜਿਹੜਾ ਹੈ ਅੰਤঃਕਰਨ ਵੀ ਕਰਮ ਇਕੱਠੇ ਨਹੀਂ ਕਰਦਾ। ਤਿਵ ਅਗਿਆਨ ਨ ਧਰੈ ਨਿਵਾਰੇ। ਔਰ ਅਗਿਆਨ ਦੀ ਸੰਗਤ ਤੋਂ ਬਿਨਾਂ ਇਹ ਵੀ ਜਿਹੜੇ ਕਰਮ ਹਨ ਇਕੱਠੇ ਨਹੀਂ ਹੁੰਦੇ। ਤਿੰਨਾਂ ਕੋ ਸੰਜੋਗ ਜਬ ਹੋਏ। ਜਦੋਂ ਤਿੰਨਾਂ ਦਾ ਸੰਜੋਗ ਹੁੰਦਾ ਹੈ, ਕਰਮ ਧਰਨ ਸਮਰੱਥ ਹੈ ਸੋਏ। ਫਿਰ ਇਹ ਕਰਮ ਧਰਨ ਦੇ ਸਮਰੱਥ ਬਣਦਾ ਹੈ। ਫਿਰ ਕਰਮ ਜਿਹੜੇ ਹਨ ਉਹ ਇਕੱਠੇ ਹੁੰਦੇ ਹਨ। ਅੰਤঃਕਰਨ ਰੂਪ ਤਰਕਸ਼ ਮਹਿ। ਅੰਤঃਕਰਨ ਜਿਹੜਾ ਹੈ ਉਹ ਤਰਕ ਸਰੂਪ ਹੈ। ਕਰਮ ਬਾਣ ਬਾਸਾ ਨਿਤ ਪ੍ਰਤ ਲਹਿ। ਕਰਮ ਰੂਪੀ ਬਾਣਾਂ ਦਾ ਜਿਹੜਾ ਬਾਸਾ ਹੈ ਉਹ ਅੰਤঃਕਰਨ ਰੂਪੀ ਘਟ ਦੇ ਵਿੱਚ ਹੈ, ਘੜੇ ਦੇ ਵਿੱਚ ਹੈ। ਜੋ ਤਰਕਸ਼ ਤੇ ਤੀਰ ਨਿਕਾਰ। ਜਿਹੜਾ ਤਰਕਸ਼ ਤੋਂ ਤੀਰ ਕੱਢਿਆ ਹੈ। ਐਂਜ ਧਨਕ ਛੁੱਟ ਚਲਿਓ ਅਗਾਰ। ਔਰ ਤੀਰ ਤਰਕਸ਼ ਦੇ ਵਿੱਚ ਰੱਖਿਆ, ਤੰਦੀ ਖਿੱਚੀ ਹੈ, ਛੁੱਟ ਕੇ ਤੀਰ ਚੱਲਿਆ ਹੈ। ਆਪਣੋ ਬੇਗ ਸਭ ਹੀ ਕਰਕੇ। ਬੜੇ ਬੇਗ ਦੇ ਨਾਲ, ਤੇਜ਼ੀ ਨਾਲ ਇਹ ਜਿਹੜਾ ਤੀਰ ਨਿਕਲਿਆ ਹੈ ਕਮਾਨ ਦੇ ਵਿੱਚੋਂ। ਨਿਸ਼ਫਲ ਹੋਤ ਰਹਿ ਧਰ ਕਰਕੇ। ਜਦੋਂ ਧਰਤੀ ਤੇ ਜਾ ਕਰਕੇ ਡਿੱਗਦਾ ਹੈ ਫਿਰ ਇਹ ਨਿਸਫਲ ਹੋ ਜਾਂਦਾ ਹੈ, ਧਰਤੀ ਤੇ ਜਾ ਕਰਕੇ ਗਿਰ ਪੈਂਦਾ ਹੈ। ਪਰ ਲਪਤ ਹੈ ਜਾਂ ਕੋ ਨਾਮ। ਔਰ ਇਸ ਤੀਰ ਦਾ ਜਿਹੜਾ ਨਾਮ ਹੈ ਪਰਾਲਬਧ ਕਰਮ ਹੈ, ਕਿਉਂਕਿ ਸਾਨੂੰ ਕਰਮਾਂ ਅਨੁਸਾਰ ਕਹਿਣ ਲੱਗੇ ਸੰਚਿਤ ਕਰਮਾਂ ਦੇ ਵਿੱਚੋਂ ਇੱਕ ਤੀਰ ਕੱਢਿਆ ਪਰਮੇਸ਼ਰ ਨੇ, ਔਰ ਸਾਡਾ ਜਿਹੜਾ ਜੀਵਨ ਹੈ ਜੀਵਨ ਰੂਪੀ ਤੀਰ ਚਲਾ ਦਿੱਤਾ, ਔਰ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆ ਗਏ। ਸਾਡਾ ਜਿਹੜਾ ਹੈ ਉਹ ਜਨਮ ਹੋਇਆ ਹੈ। ਤੇ ਫਲ ਸਭ ਕੋ ਹੋਏ ਵਿਰਾਮ। ਇਹ ਜਿਹੜਾ ਸਾਨੂੰ ਪਰਾਲਬਧ ਸਾਡੀ ਇਹਦਾ ਫਲ ਮਿਲਿਆ, ਔਰ ਇਹ ਫਲ ਪ੍ਰਾਪਤ ਅਸੀਂ ਕੀਤਾ ਹੈ। ਧੀਰ ਤਰਕਸ਼ ਮਹਿ ਚੇਤਿਕ ਬਾਣ। ਬਾਕੀ ਜਿਹੜੇ ਤਰਕਸ਼ ਦੇ ਵਿੱਚ ਬਾਣ ਹਨ, ਤਿਨ ਕੋ ਸੰਚਿਤ ਨਾਮ ਬਖਾਨ। ਔਰ ਇਹਨਾਂ ਬਾਣਾਂ ਦਾ ਜਿਹੜਾ ਨਾਮ ਹੈ ਉਹ ਸੰਚਿਤ ਕਰਮ ਹੈ। ਧਨੁਸ਼ ਜੇ ਸੋ ਚੋਰਿਓ ਚੋਏ। ਔਰ ਇਹ ਜਿਹੜੇ ਤੀਰ ਜਿੰਨੇ ਇਕੱਠੇ ਕੀਤੇ ਹਨ, ਸੰਚਿਤ ਕਰਮ, ਕਰਮਾਂ ਰੂਪੀ ਜਿਹੜੇ ਤੀਰ ਪੱਥੇ ਵਿੱਚ ਪਏ ਹਨ। ਨਾਮ ਸੁਕਿਰੇ ਮਾਨ ਤਿਸ ਹੋਏ। ਇਹਦੇ ਵਿੱਚੋਂ ਕਹਿਣ ਲੱਗੇ ਤੀਰ ਕੱਢ ਕਰਕੇ ਜਿਹੜੇ ਕਮਾਨ ਤੇ ਰੱਖੇ ਹਨ, ਜਿਹੜੇ ਅਸੀਂ ਮਨੁੱਖਾ ਜੀਵਨ ਰਾਹੀਂ ਇਹ ਕਰਮ ਕਰ ਰਹੇ ਹਾਂ। ਜਿਨ ਕਰਮਨ ਕੋ ਦਿਓ ਸਰੀਰ। ਜਿਨ੍ਹਾਂ ਕਰਮਾਂ ਕਰਕੇ ਸਾਨੂੰ ਇਹ ਜਿਹੜਾ ਸਰੀਰ ਮਿਲਿਆ ਹੈ। ਪਰ ਲਬਦ ਸੋ ਜਾਨੋ ਧੀਰ। ਇਹ ਸਾਡੀ ਪਰਾਲਬਧ ਸੀ, ਪਰਾਲਬਧ ਕਰਕੇ ਸਾਨੂੰ ਆ ਜਿਹੜਾ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ।
ਪੂਰਬਲੇ ਭਾਗਾਂ ਦੀ ਨਿਸ਼ਾਨੀ ਹੈ। ਅਨੇਕ ਜਨਮ ਕੇ ਕਰੇ ਇਕੱਤਰ। ਔਰ ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਇਹ ਜਿਹੜੇ ਕਰਮ ਹਨ ਇਕੱਤਰ ਕੀਤੇ ਹਨ। ਸੋ ਸੰਚਤ ਹੈ ਨਾਮ ਬਚਿੱਤਰ। ਔਰ ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਕਰਮ ਹਨ, ਜਿਹੜੇ ਇਕੱਠੇ ਹੋਏ ਪਏ, ਇਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਕਿਰਿਆ ਹੋਤ ਨਿਤ ਜੁਤ ਅਭਿਮਾਨ। ਔਰ ਜਿਹੜੀ ਸਰੀਰ ਦੇ ਦੁਆਰਾ ਨਿਤ ਦੀ ਤੂੰ ਕਿਰਿਆ ਕਰ ਰਿਹਾ ਹੈ, ਕਿਰੇ ਮਾਨ ਏ ਜਾਨ ਸੁਜਾਨ। ਇਸ ਮਨੁੱਖਾ ਜੀਵਨ ਰਾਹੀਂ ਜਿਹੜੇ ਤੂੰ ਕਰਮ ਕਰਦਾ ਹੈ ਵਰਤਮਾਨ ਸਮੇਂ ਅੰਦਰ, ਇਹਨੂੰ ਕਿਰਿਆਮਾਨ ਕਰਮ ਕਹਿੰਦੇ ਹਨ। ਕਿਰੇ ਮਾਨ ਜੋ ਕਹਿਓ ਬਣਾਏ। ਜਿਹੜੇ ਕਿਰਿਆਮਾਨ ਕਰਮ ਹਨ, ਇਹਨਾਂ ਨੂੰ ਮੈਂ ਬਣਾ ਕਰਕੇ ਸਮਝਾਉਂਦਾ ਹਾਂ। ਤ੍ਰੈ ਸੰਗਿਆ ਇਸ ਕੀ ਹੋਏ ਜਾਏ। ਇਹਨਾਂ ਦੇ ਵੀ ਅੱਗੋਂ 3 ਪ੍ਰਕਾਰ ਹਨ। ਪ੍ਰਥਮ ਅਵਸਥਾ ਮਹਿ ਕਿਰਮਾਨ। ਪਹਿਲੀ ਜਿਹੜੀ ਅਵਸਥਾ ਹੈ ਕਿਰਿਆਮਾਨ ਦੀ। ਦੁਤੀਏ ਮਹਿ ਸੰਚਤ ਇਹ ਜਾਨ। ਜਿਹੜੇ ਕਰਮ ਕਰ ਰਹੇ ਹੋ ਸਰੀਰ ਦੇ ਰਹਿੰਦਿਆਂ, ਕਹਿਣ ਲੱਗੇ ਇਹ ਕਰਮ ਫਿਰ ਸੰਚਿਤ ਰੂਪ ਬਣ ਜਾਂਦੇ। ਕਹਿਣ ਲੱਗੇ ਦੂਜਾ ਰੂਪ ਜਿਹੜਾ ਹੈ ਕਿਰਿਆ ਦਾ, ਇਹ ਸੰਚਿਤ ਰੂਪ ਹੈ। ਤ੍ਰਿਤੀ ਅਵਸਥਾ ਜਬ ਹੀ ਪਾਏ। ਜਦੋਂ ਫਿਰ ਇਹ ਤੀਸਰੀ ਅਵਸਥਾ ਪ੍ਰਾਪਤ ਕਰਦੇ ਹਨ, ਲਬਦ ਸੰਗਿਆ ਹੋਏ ਜਾਏ। ਫਿਰ ਉਹਦਾ ਜਿਹੜਾ ਸਾਨੂੰ ਫਲ ਮਿਲਦਾ ਹੈ ਪਰਾਰਬਧ ਹੋ ਜਾਂਦੇ ਫਿਰ ਇਹੀ ਕਰਮ ਜਿਹੜੇ, ਕਿਉਂਕਿ ਜੋ ਕਰਾਂਗੇ ਕਬੀਰ ਐਸਾ ਬੀਜ ਜਿਹੋ ਜਿਹਾ ਬੀਜਾਂਗੇ ਇਹੋ ਜਿਹਾ ਹੀ ਫਲ ਸਾਨੂੰ ਮਿਲਣਾ ਹੈ। ਉਹ ਫਿਰ ਪਰਾਰਬਧ ਹੋ ਕਰਕੇ ਸਾਨੂੰ ਉਹ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਜਿਵੇਂ ਇੱਕ ਕਾਲ ਭਵਿੱਖਤ ਹੋਏ। ਸਮੇਂ ਦੇ ਜਿਵੇਂ 3 ਪ੍ਰਕਾਰ ਹਨ। ਇੱਕ ਸਮੇਂ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ, ਜਿਹੜਾ ਆਉਣ ਵਾਲਾ ਸਮਾਂ ਹੈ। ਔਰ ਵਰਤਮਾਨ ਹੈ ਸੋਏ। ਦੂਸਰਾ ਜਿਹੜਾ ਕਾਲ ਦਾ ਰੂਪ ਹੈ ਉਹ ਵਰਤਮਾਨ ਹੈ, ਜੋ ਇਸ ਸਮੇਂ ਵਿੱਚ ਅਸੀਂ ਬੈਠੇ ਹਾਂ, ਜੋ ਅਸੀਂ ਕਰਮ ਕਰ ਰਹੇ ਹਾਂ, ਇਹ ਵਰਤਮਾਨ ਸਮਾਂ ਹੈ। ਸੋਈ ਕਾਲ ਭੂਤ ਹੈ ਜਾਏ। ਔਰ ਇਹੀ ਜਿਹੜਾ ਕਾਲ ਹੈ ਭੂਤ ਕਾਲ ਹੋ ਜਾਣਾ। ਸਾਡੇ ਸਰੀਰ ਵਿੱਚ ਰਹਿੰਦੇ ਆ, ਕਹਿਣ ਲੱਗੇ ਵਰਤਮਾਨ ਸਮੇਂ ਤੋਂ ਕਰਦਿਆਂ ਜਦੋਂ ਸਮਾਂ ਲੰਘ ਜਾਂਦਾ ਉਹ ਭੂਤ ਕਾਲ ਹੋ ਜਾਂਦਾ। ਜੋ ਅਸੀਂ ਕਰਮ ਕਰ ਲਏ, ਜਿਹੜੇ ਕਰਕੇ ਕਰਮ ਜਿਹੜੇ ਸੀ ਉਹ ਬੀਤ ਗਏ, ਸਮਾਂ ਲੰਘ ਗਿਆ, ਗੁਜ਼ਰ ਗਿਆ, ਕਹਿੰਦੇ ਉਹ ਭੂਤ ਕਾਲ ਹੈ। ਲਖੋ ਖਾਲਸਾ ਤਿਸ ਹੀ ਪਾਏ। ਖਾਲਸਾ ਜੀ ਕਹਿੰਦੇ ਇਸ ਪ੍ਰਕਾਰ ਇਹ ਜਿਹੜੇ ਕਰਮ ਹਨ ਇਹ ਜਾਣਨਾ ਕਰੋ। ਪਰਾਰਬਧ ਕੇ ਫਲ ਹੈ ਤੀਨ। ਹੁਣ ਜਿਹੜੀ ਪਰਾਰਬਧ ਹੈ, ਜੋ ਸਾਨੂੰ ਬਖਸ਼ਿਸ਼ ਮਿਲੀ ਪਰਮੇਸ਼ਰ ਨੇ ਸਾਡੇ ਭਾਗਾਂ ਦੇ ਕਰਕੇ, ਜਿਹੜੇ ਪੂਰਬਲੇ ਭਾਗਾਂ ਕਰਕੇ ਸਾਨੂੰ ਆ ਜੀਵਨ ਮਿਲਿਆ, ਕਹਿਣ ਲੱਗੇ ਇਹਦੇ 3 ਫਲ ਹਨ। ਜਾਤ ਹਾਰਬਲ ਭੋਗ ਸੁਚੀਨ। ਜਿਸ ਜਾਤੀ ਦੇ ਵਿੱਚ ਤੈਨੂੰ ਜਨਮ ਮਿਲਿਆ ਹੈ, ਜਿਸ ਜੂਨ ਦੇ ਵਿੱਚ ਤੈਨੂੰ ਜਨਮ ਮਿਲਿਆ, ਮਨੁੱਖਾ ਜੀਵਨ ਤੈਨੂੰ ਮਿਲਿਆ, ਕਹਿਣ ਲੱਗੇ ਇਸ ਇੱਕ ਜਿਹੜੀ ਆਰਬਲਾ ਹੈ, ਕਿੰਨੀ ਕੁ ਆਰਬਲਾ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਦਿੱਤੀ ਹੈ, ਔਰ ਇਸ ਆਰਬਲਾ ਨੂੰ ਤੂੰ ਕਿਵੇਂ ਭੋਗਣਾ ਹੈ, ਔਰ ਇਹਨੂੰ ਤੂੰ ਜਾਣਦਾ ਹੈ। ਇੰਨਾ ਕੁ ਸਮਾਂ ਜਿਹੜਾ ਹੈ ਤੇਰੇ ਹਿਰਦੇ ਅੰਦਰ ਚੇਤਨਤਾ ਪੈਦਾ ਹੋ ਗਈ ਵੀ ਆਹ ਜਿਹੜੇ ਸਵਾਸ ਹਨ, ਜਿਹੜੀ ਆਰਬਲਾ ਹੈ ਇਹ ਦੁਰਲੱਭ ਹੈ। ਇਹ ਜਿਹੜੇ ਪਰਾਰਬਧ ਹੈ, ਪਰਾਰਬਧ ਦਾ ਫਲ ਹੈ ਕਿ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਆ ਜਿਹੜਾ ਮਨੁੱਖਾ ਜੀਵਨ ਦਿੱਤਾ ਹੈ, ਜਿਹਨੂੰ ਤੂੰ ਭੋਗ ਰਿਹਾ ਹੈ। ਤੇਰੀ ਉਮਰ ਜਿਹੜੀ ਕਿੰਨੀ ਕੁ ਹੈ, ਕਿੰਨਾ ਕੁ ਸਮਾਂ ਪਰਮੇਸ਼ਰ ਨੇ ਤੈਨੂੰ ਦਿੱਤਾ ਹੈ, ਇਹ ਵੀ ਪਰਾਰਬਧ ਅਨੁਸਾਰ ਹੀ ਹੈ। ਪੂਰਬਲੇ ਭਾਗਾਂ ਕਰਕੇ ਜਿੰਨੇ ਸਵਾਸ ਜਿਹੜੇ ਹਨ ਉਹ ਤੈਨੂੰ ਮਿਲੇ, ਗਿਣ ਕੇ ਮਿਲੇ ਹਨ, ਔਰ ਇਹ ਪਰਾਰਬਧ ਕਰਮ ਦੀ ਨਿਸ਼ਾਨੀ ਹੈ। ਸੁਰ ਨਰ ਆਦ ਚਰਾਚਰ ਦੇ। ਜਿਹੜੇ ਦੇਵਤੇ ਹਨ, ਮਨੁੱਖ ਹਨ, ਔਰ ਜਿਹੜੇ ਚੱਲ ਅਚਲ ਜੀਵ ਹਨ, ਚੱਲ ਅਚਲ ਦੇ ਹਨ। ਹੁਣ ਚੱਲਣ ਵਾਲੇ ਜੀਵ, ਜਿਨ੍ਹਾਂ ਵਿੱਚ ਪਸ਼ੂ ਪੰਛੀ ਮਨੁੱਖ ਜਾਤੀ ਆ ਜਾਂਦੀ, ਔਰ ਜਿਹੜੇ ਅਚਲ ਹਨ, ਜੜ ਹਨ,
ਰੁੱਖ ਆ ਗਏ, ਪਹਾੜ ਆ ਗਏ, ਪੱਥਰ ਆ ਗਏ, ਇਹ ਜੂਨਾਂ ਆ ਗਈਆਂ ਜਿਹਦੇ ਵਿੱਚ ਚੱਲ ਅਚਲ ਜਿਹੜੀਆਂ ਦੇਹਾਂ ਹਨ। ਉੱਤਮ ਮੱਧਮ ਅਧਮ ਅਛੇਹ, ਇਹਨਾਂ ਦੇ ਵਿੱਚੋਂ ਉੱਤਮ ਹਨ ਔਰ ਮੱਧਮ ਹਨ, ਔਰ ਉੱਤਮ ਮੱਧਮ ਔਰ ਇਹਦੇ ਤੋਂ ਜਿਹੜਾ ਨੀਵਾਂ ਤਲ ਹੈ, ਇਹਨਾਂ ਦੇ ਜਿਹੜੇ ਅੱਗੇ ਪ੍ਰਕਾਰ ਹਨ। ਸਭ ਕੀ ਵਿਖੇ ਹੋਤ ਹੈ ਨਾਨਾ, ਔਰ ਸਭਨਾਂ ਦੇ ਅੱਗੇ ਪ੍ਰਕਾਰ ਹਨ। ਇਹ ਜਾਨੋ ਫਲ ਜਾਤ ਬਖਾਨਾ, ਔਰ ਇਹ ਜਿਹੜਾ ਫਲ ਹੈ, ਭਾਈ ਸਾਹਿਬ ਜੀ ਕਹਿੰਦੇ ਤੁਹਾਨੂੰ ਪਰਾਰਬਧ ਕਰਕੇ ਜਿਹੜਾ ਪ੍ਰਾਪਤ ਹੋਇਆ ਹੈ, ਜਿਨ੍ਹਾਂ ਜੂਨਾਂ ਦੇ ਵਿੱਚੋਂ ਅਸੀਂ ਲੰਘ ਕਰਕੇ ਆਏ ਹਾਂ, ਇਹ ਸਾਰਾ 84 ਦਾ ਗੇੜ ਜਿਹੜਾ ਭੋਗਿਆ ਹੈ, ਇਹਦੇ ਤੋਂ ਇਹ ਉੱਤਮ ਜਿਹੜਾ ਫਲ ਤੁਹਾਨੂੰ ਮਿਲਿਆ, ਮਨੁੱਖਾ ਜੀਵਨ ਮਿਲਿਆ। ਕਹਿਣ ਲੱਗੇ ਇਹ ਜਿਹੜੀ ਚੇਤਨਤਾ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ। ਨਿਮਕ ਆਦੋਹੇ ਜੀਵਨ ਜੇਤਕ, ਜਿੰਨਾ ਕੁ ਤੁਹਾਨੂੰ ਪਰਮੇਸ਼ਰ ਨੇ ਜੀਵਨ ਦਿੱਤਾ ਹੈ, ਆਰ ਬਲਾ ਫਲ ਜਾਨੋ ਤੇਤਿਕ, ਔਰ ਇਸ ਜੀਵਨ ਦੇ ਵਿੱਚ ਜਿਹੜੀ ਤੁਹਾਡੀ ਆਰਬਲਾ ਹੈ, ਉਮਰ ਹੈ, ਉਹ ਫਲ ਜਾਣਨਾ ਕਰੋ। ਇਹ ਉਮਰ ਦਾ ਜਿਹੜਾ ਫਲ ਹੈ, ਉਹ ਤੁਹਾਨੂੰ ਜੀਵਨ ਦੇ ਵਿੱਚ ਪਰਮੇਸ਼ਰ ਨੇ ਦਿੱਤਾ ਹੈ। ਦੁਖ ਸੁਖ ਕੋ ਜੋ ਅਨੁਭਵ ਰੂਪ, ਦੁੱਖ ਅਤੇ ਸੁੱਖ ਦਾ ਜਿਹੜਾ ਸਾਨੂੰ ਅਨੁਭਵ ਹੁੰਦਾ ਹੈ, ਅਨੁਭਵ ਦਾ ਜਿਹੜਾ ਰੂਪ ਹੈ ਦੁੱਖ ਅਤੇ ਸੁੱਖ ਦਾ। ਬ੍ਰਿਧ ਕਿਦੋਂ ਲਗ ਕਰਨ ਅਨੂਪ, ਕਹਿਣ ਲੱਗੇ ਬਿਰਧ ਅਵਸਥਾ ਦੇ ਵਿੱਚ ਜਾਂ ਛੋਟਾ ਬਾਲਕ ਹੈ, ਬਾਲ ਅਵਸਥਾ ਦੇ ਵਿੱਚ ਇਹ ਜਿਹੜਾ ਦੁੱਖ ਅਤੇ ਸੁੱਖ ਹੈ, ਔਰ ਇਹ ਜਿਹੜਾ ਪ੍ਰਾਪਤ ਹੋਇਆ, ਕਹਿਣ ਲੱਗੇ ਇਹ ਵੀ ਕਰਮਾਂ ਦਾ ਫਲ ਹੈ। ਇਸ ਕੋ ਨਾਮ ਭੋਗ ਬੁੱਧ ਕਹੈ, ਦੁੱਖ ਨੂੰ ਭੋਗਣਾ, ਸੁੱਖ ਨੂੰ ਭੋਗਣਾ। ਕਹਿਣ ਲੱਗੇ ਦੁੱਖ ਅਤੇ ਸੁੱਖ ਦਾ ਜਿਹੜਾ ਅਨੁਭਵ ਹੈ, ਉਹ ਬੁੱਧ ਦੇ ਦੁਆਰਾ ਇਹ ਮਹਿਸੂਸ ਕਰਦਾ ਹੈ। 14 ਲੋਕ ਵਿਖੈ ਜਨ ਲਹੈ, ਔਰ ਜਿੰਨੇ ਸੰਸਾਰ ਤੇ ਜੀਵ ਹਨ, ਇਹ ਆਪਣੇ ਜੀਵਨ ਅੰਦਰ ਦੁੱਖ ਅਤੇ ਸੁੱਖ ਜਿਹੜਾ ਹੈ ਉਹ ਭੋਗਦੇ ਹਨ। ਤਵੈ ਕਰਮ ਸੰਚਤ ਕੀਰੇ ਮਾਨ, ਜਿਹੜੇ ਦੋ ਕਰਮ ਹਨ, ਪਰਾਲਬਧ ਬਾਰੇ ਭਾਈ ਸਾਹਿਬ ਜੀ ਦੱਸਦੇ, ਫਿਰ ਸੰਚਤ ਤੇ ਕਿਰਿਆਮਾਨ ਜੋ ਕਰਮ ਹਨ। ਆਤਮ ਗਿਆਨੀ ਕੀ ਹੋਏ ਹਾਨ, ਜਿਹੜਾ ਆਤਮ ਗਿਆਨੀ ਹੈ, ਉਹਦੇ ਸੰਚਤ ਕਰਮ ਹਾਨ ਹੋ ਜਾਂਦੇ, ਮਿਟ ਜਾਂਦੇ ਹਨ। ਜਿਮ ਤਰਕਸ਼ ਮਹਿ ਸਰਸੁ ਮਿਟਾਏ, ਜਿਵੇਂ ਤਰਕਸ਼ ਦੇ ਵਿੱਚੋਂ ਸਾਰੇ ਤੀਰ ਜਿਹੜੇ ਹਨ ਉਹ ਚਲਾ ਦਿੱਤੇ ਗਏ, ਧਰਿਓ ਪੰਚ ਪਰ ਸੌਪ ਹਟਾਏ, ਔਰ ਸਾਰੇ ਤੀਰ ਰੱਖ ਕਰਕੇ ਚਲਾ ਦਿੱਤੇ ਹਨ। ਪਰਾਰਬਧ ਜੋ ਛੁਟਿਓ ਸੁਬਾਨ, ਪਰਾਰਬਧ ਜਿਹੜਾ ਤੀਰ ਬਾਣ ਦੇ ਵਿੱਚੋਂ ਨਿਕਲਿਆ ਹੈ, ਇਸ ਕੋ ਕਰ ਨ ਸਕੈ ਕੋ ਹਾਨ, ਔਰ ਜਿਹੜਾ ਤੀਰ ਨਿਕਲ ਗਿਆ ਬਾਣ ਦੇ ਵਿੱਚੋਂ, ਇਹਨੂੰ ਕੋਈ ਰੋਕ ਨਹੀਂ ਸਕਦਾ। ਅੱਗ ਤੱਕ ਕੈ ਇੱਕ ਸਮ ਹੋਏ, ਔਰ ਇਹ ਜਿੱਥੇ ਜਾ ਕਰਕੇ ਤੀਰ ਗਿਰਦਾ ਹੈ, ਕਹਿਣ ਲੱਗੇ ਉੱਥੇ ਇਹ ਸਥਿਰ ਹੋ ਗਿਆ, ਉੱਥੇ ਫਿਰ ਇਹਦੀ ਕੋਈ ਆਪਣੀ ਸਮਰੱਥਾ ਨਹੀਂ ਹੈ। ਪਰਾਰਬਧ ਫਲ ਦੇ ਸਮ ਦੋਏ, ਉੱਥੇ ਇਹਨੂੰ ਇਹ ਪਰਾਰਬਧ ਰੂਪੀ ਫਲ ਜਿਹੜਾ ਹੈ ਇਹ ਮਿਲਿਆ। ਤੀਰ ਚੱਲ ਕੇ ਆਇਆ ਤਾਂ ਮਨੁੱਖਾ ਜੀਵਨ ਜਿਹੜਾ ਇਸ ਮਾਤ ਲੋਕ ਦੀ ਧਰਤੀ ਤੇ ਆ ਕਰਕੇ ਤੀਰ ਡਿੱਗਿਆ, ਔਰ ਇਹਨੂੰ ਪਰਾਰਬਧ ਦਾ ਜਿਹੜਾ ਫਲ ਹੈ ਇਹ ਪ੍ਰਾਪਤ ਹੋਇਆ ਹੈ। ਦੋਹਰਾ ਸੰਚਤ ਗਿਆਨ ਪ੍ਰਭਾਵ ਸੋ, ਗਿਆਨੀ ਕਰੈ ਵਿਨਾਸ਼, ਜਿਹੜੇ ਸੰਚਤ ਕਰਮ ਹਨ ਸਾਡੇ ਇਕੱਠੇ ਹੋਏ ਪੂਰਬਲੇ ਜਨਮਾਂ ਦੇ, ਗਿਆਨੀ ਲੋਕ ਜੋ ਹਨ, ਕਹਿਣ ਲੱਗੇ ਇਹਨਾਂ ਕਰਮਾਂ ਦਾ ਨਾਸ਼ ਕਰ ਲੈਂਦੇ ਹਨ। ਪ੍ਰਭੂ ਦੀ ਭਗਤੀ ਕਰਕੇ, ਗਿਆਨ ਪ੍ਰਾਪਤ ਕਰਕੇ ਇਹਨਾਂ ਕਰਮਾਂ ਨੂੰ ਮਿਟਾ ਲੈਂਦੇ ਹਨ ਮਨੁੱਖਾ ਜੀਵਨ ਦੁਆਰਾ। ਕਹਿਣ ਲੱਗੇ ਇਹਨਾਂ ਕਰਮ ਬੰਧਨਾਂ ਤੋਂ ਜੀਵ ਦਾ ਛੁਟਕਾਰਾ ਹੋ ਸਕਦਾ ਹੈ,
ਔਰ ਗਿਆਨੀ ਜੋ ਹਨ ਪ੍ਰਭੂ ਭਗਤੀ ਕਰਦਿਆਂ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਆ ਗਿਆ, ਸੱਚ ਦੀ ਵਿਚਾਰ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਨੇ ਇਹਨਾਂ ਸੰਚਿਤ ਕਰਮਾਂ ਦਾ ਵਿਨਾਸ਼ ਕਰ ਦਿੱਤਾ। ਜਿਮ ਅਨਾਜ ਮੰਦਰ ਸਹਿਤ ਦਾਹੈ ਅਗਨ ਪ੍ਰਕਾਸ਼। ਜਿਵੇਂ ਅਨਾਜ ਦਾ ਭਰਿਆ ਹੋਇਆ ਭੰਡਾਰ, ਉਹਨੂੰ ਇੱਕ ਚਿੰਗਾੜੀ ਲਾ ਦਿੱਤੀ ਜਾਵੇ ਤਾਂ ਸਾਰਾ ਹੀ ਸੜ ਕੇ ਸੁਆਹ ਹੋ ਜਾਂਦਾ। ਕਹਿਣ ਲੱਗੇ ਕੋਠੇ ਦੇ ਵਿੱਚ ਅਨਾਜ ਰੱਖਿਆ, ਇੱਕ ਚਿੰਗਾੜੀ ਲਾਈ, ਸਾਰਾ ਸੜ ਕੇ ਸੁਆਹ ਹੋ ਗਿਆ। ਪਰਮੇਸ਼ਰ ਦੇ ਨਾਮ ਦੀ ਜਿਹੜੀ ਚਿੰਗਾੜੀ ਹੈ ਜਦੋਂ ਹਿਰਦੇ ਅੰਦਰ ਬਲਦੀ ਹੈ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਉਹਦੀ ਮਹਿਮਾ ਫਿਰ ਬਿਆਨ ਨਹੀਂ। ਔਰ ਉਹਨੇ ਆਪਣੇ ਜਿਹੜੇ ਸੰਚਿਤ ਕਰਮ ਸਨ ਸਾਰੇ ਜਿਹੜੇ ਵਿਨਾਸ਼ ਕਰ ਦਿੱਤੇ, ਮਿਟਾ ਦਿੱਤੇ ਹਨ। ਮੰਦਰ ਸਹਿਤ ਅਨਾਜ ਕੀ ਜਪ ਪਾ ਜਲ ਕੈ ਛਾਰ। ਜਦੋਂ ਸਾਰਾ ਅਨਾਜ ਇਹ ਜਿਹੜਾ ਭੰਡਾਰ ਸੀ ਜਲ ਕੇ ਸੁਆਹ ਹੋ ਗਿਆ। ਅੰਕੁਰ ਕੋ ਨ ਸਮਰੱਥ ਪੁਨ ਜਾਨੋ ਤਿਸੀ ਪ੍ਰਕਾਰ। ਫਿਰ ਕਹਿਣ ਲੱਗੇ ਜਦੋਂ ਅਨਾਜ ਸੜ ਜਾਏ ਫਿਰ ਉਹ ਅੰਕੁਰ ਨਹੀਂ ਹੁੰਦਾ, ਉਹ ਪੁੰਗਰਦਾ ਨਹੀਂ, ਬੀਜਿਆ ਨਹੀਂ ਜਾਂਦਾ। ਇਸ ਕਰਕੇ ਜਿਹੜੇ ਸੰਚਿਤ ਕਰਮ ਸਨ ਉਹ ਸੜ ਕੇ ਜਦੋਂ ਸੁਆਹ ਹੋ ਗਏ, ਫਿਰ ਅੱਗੇ ਕੋਈ ਕਰਮ ਜਿਹੜਾ ਹੈ ਉਹ ਪੁੰਗਰਨਾ ਨਹੀਂ, ਨਾ ਹੀ ਉਹਦਾ ਕੋਈ ਜਿਹੜਾ ਫਲ ਹੈ ਉਹ ਮਿਲਣਾ। ਕਿਉਂਕਿ ਜਦੋਂ ਗਿਆਨੀ ਨੇ ਇਹ ਕਰਮ ਨਾਸ਼ ਕਰ ਦਿੱਤੇ, ਸਾੜ ਦਿੱਤੇ ਹਨ, ਫਿਰ ਕੋਈ ਕਰਮ ਜਿਹੜਾ ਹੈ ਉਹ ਬਾਕੀ ਨਹੀਂ ਰਹਿੰਦਾ। ਪਰਮੇਸ਼ਰ ਦੀ ਕਿਰਪਾ ਦੁਆਰਾ ਫਿਰ ਇਹ ਜਿਹੜੀ ਜੋਤ ਹੈ ਉਹਦੇ ਵਿੱਚ ਅਭੇਦ ਹੋ ਜਾਂਦੀ ਹੈ, ਸੱਚਖੰਡ ਦਾ ਵਾਸੀ ਹੋ ਜਾਂਦਾ ਹੈ। ਕਿਉਂਕਿ ਕਰਮ ਬੰਧਨ ਤੋਂ ਛੁਟਕਾਰਾ, ਇਸ ਕਰਕੇ ਇਹ ਬੰਧਨ ਤੋਂ ਛੁਟਕਾਰਾ ਕਰਾਉਣ ਵਾਸਤੇ ਨੂੰ ਮਨੁੱਖਾ ਜੀਵਨ ਮਿਲਿਆ। ਇਸ ਬੰਧਨ ਤੋਂ ਮੁਕਤ ਹੋ ਜਾਏ। ਬੰਧਨ ਜੀਵ ਸੰਸਾਰ ਦਾ ਵੀ ਹੈ ਔਰ ਇਹ ਕਰਮਾਂ ਦਾ ਵੀ ਹੈ। ਕਰਮਾਂ ਕਰਕੇ ਇਸ ਬੰਧਨ ਦੇ ਵਿੱਚ ਜਕੜਿਆ ਹੋਇਆ। ਦੁੱਖ ਅਤੇ ਸੁੱਖ, ਖੁਸ਼ੀ ਅਤੇ ਗਮੀ, ਇਹ ਸਾਰੀ ਜਿਹੜੀ ਕਰਮਾਂ ਕਰਕੇ ਚੱਲੀ ਆਉਂਦੀ। ਇਹ ਜਿਹੜਾ ਗਿਆਨ ਹੈ ਪਿਆਰੇ ਭਾਈ ਦਇਆ ਸਿੰਘ ਜੀ ਕਰਾ ਰਹੇ, ਜਿਵੇਂ ਜੀਵ ਜਿਹੜਾ ਹੈ ਪਰਮੇਸ਼ਰ ਨੂੰ ਉਲਾਂਭੇ ਦੇਣ ਲੱਗ ਜਾਂਦਾ ਹੈ ਕਿ ਮੇਰਾ ਕੀ ਕਸੂਰ ਹੈ, ਗਵਾਂਢੀਆਂ ਵੱਲ ਦੇਖ ਦੇਖ ਕੇ ਸੜੀ ਜਾਂਦਾ ਹੈ, ਤੇਰੇ ਆਪਣੇ ਕਰਮਾਂ ਦੀ ਨਿਸ਼ਾਨੀ ਹੈ। ਇਸ ਕਰਕੇ ਮਹਾਰਾਜ ਜੀ ਇਹ ਭਾਈ ਦਇਆ ਸਿੰਘ ਜੀ ਦੀ ਡਿਊਟੀ ਲਾਈ ਕਿ ਸਾਰੇ ਸਵਾਲਾਂ ਦਾ ਜਵਾਬ, ਸਾਡੀ ਜਿਹੜੀ ਸਮੱਸਿਆ ਹੈ ਉਸ ਸਮੱਸਿਆ ਦਾ ਹੱਲ ਪਿਆਰੇ ਭਾਈ ਦਇਆ ਸਿੰਘ ਜੀ ਕਰ ਰਹੇ, ਤਾਂ ਕਿ ਸਾਨੂੰ ਗਿਆਨ ਹੋ ਜਾਏ, ਸੋਝੀ ਹੋ ਜਾਏ। ਮਹਿੰਗੀ ਵਿਚਾਰ ਹੈ, ਸਤਿਗੁਰੂ ਜੀ ਕਿਰਪਾ ਕਰਨ, ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣ। ਵਿਚਾਰਾਂ ਕਰਦਿਆਂ ਕੋਲ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਮਹਾਨ ਉੱਤਮ ਜਸ ਸਾਡੇ ਹਿਰਦੇ ਅੰਦਰ ਵਸੇ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ
ਰਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ हे ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ हे ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ हे ਗੋਬਿੰਦ ਹੈ ਗੁਣ ਨਿਧਾਨ ਜਾਗੈ ਸਦਾ ਵਿਵੇਕ हे ਅਪਰੰਪਰ ਹਰ ਹਰੇ ਪੀ ਹੋਵਨ ਹਾਰ हे ਸੰਤਾਂ ਕੈ ਸਦਾ ਸੰਗ ਲਹਣਾ ਆਧਾਰ हे ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾ ਕੋਹੀਐ ਪਰੋਇ ਆਏ ਪ੍ਰਭ ਸ਼ਰਨਾਗਤੀ ਨਿੰਦ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।